ਆਪ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਅੱਜ ਦਾ ਪ੍ਰਕਰਨ ਸਰਵਣ ਕੀਤਾ ਹੈ। ਜਿਵੇਂ ਕਿ ਸਾਧੂ ਬ੍ਰਹਮ ਗਿਆਨੀ ਔਰ ਅੱਜ ਅਪਰਸ ਇੱਕ ਐਸੀ ਸ਼ਖਸੀਅਤ ਜਿਹੜਾ ਸੰਸਾਰ ਵਿੱਚ ਰਹਿੰਦਾ ਹੋਇਆ ਪੰਜ ਭੌਤਿਕ ਸਰੀਰ ਦੇ ਵਿੱਚ ਵਿਚਰਦਾ ਵੀ ਇਹਦੇ ਤੋਂ ਉੱਚਾ, ਇਹਦੇ ਤੋਂ ਕਨੈਕਸ਼ਨ ਤੋੜ ਦਿੰਦਾ ਹੈ। ਨਾਮ ਮਾਤਰ ਸਿਰਫ ਸੰਸਾਰ ਦੀ ਵਰਤੋਂ ਕਰਦਾ ਹੈ, ਉਹਦਾ ਕੋਈ ਲੈਣਾ ਦੇਣਾ, ਲੇਖਾ ਜੋਖਾ, ਰਹਿਣ ਸਹਿਣ ਸੰਸਾਰ ਨਾਲ ਸੰਬੰਧਿਤ ਨਹੀਂ ਰਹਿੰਦਾ। ਇਹ ਸਾਰੀਆਂ ਇੱਕ ਗੁਰਮੁਖ ਅਭਿਆਸੀ ਦੇ ਜੀਵਨ ਦੀਆਂ ਆਉਣ ਵਾਲੀਆਂ ਦਸ਼ਾਵਾਂ ਨੇ, ਕਿਉਂਕਿ ਸੰਸਾਰ ਵਿੱਚ ਇੱਕ ਐਸੀ ਖਿੱਚ ਹੈ, ਮਨੁੱਖ ਵਿਚਕਾਰ ਖੜਾ ਹੈ। ਇੱਕ ਪਾਸੇ ਪਰਮਾਤਮਾ ਇਹਨੂੰ ਖਿੱਚ ਪਾਉਂਦਾ, ਇੱਕ ਪਾਸੇ ਸੰਸਾਰ ਖਿੱਚਦਾ। ਇਹ ਵਿਚਕਾਰ ਖੜਾ ਹੈ ਇਹਦਾ ਮਨ ਜਿਹੜਾ ਹੈ। ਜਿੰਨਾ ਸੰਸਾਰ ਦੇ ਵਿੱਚ ਮਨ ਗਹਿਰਾ ਡੁੱਬਦਾ, ਓਨਾ ਦੁੱਖ ਗਹਿਰਾ ਹੋ ਜਾਂਦਾ ਹੈ। ਜਿੰਨਾ ਸੰਸਾਰ ਦੇ ਵਿੱਚ ਡੂੰਘਾ ਜਾਂ ਸੰਸਾਰ ਦੇ ਨਾਲ ਚੰਬੜਦਾ ਹੈ ਮਨ, ਓਨਾ ਦੁੱਖ ਵੱਧ ਜਾਂਦਾ ਹੈ। ਇਹ ਇੱਕ ਐਸੀ ਉਲਟੀ ਗੰਗਾ ਹੈ ਕਿ ਸੰਸਾਰ ਮਨ ਵਾਸਤੇ ਮਿੱਠਾ ਬਹੁਤ ਹੈ, ਖਿੱਚਦਾਇਕ ਬੜਾ ਹੈ, ਪਰ ਜਿੰਨਾ ਸਵਾਦਿਸ਼ਟ ਹੈ, ਜਿੰਨਾ ਸਵਾਦਲਾ ਹੈ, ਜਿੰਨਾ ਖਿੱਚਦਾਇਕ ਹੈ, ਲੋਭਾਇਮਾਨ ਹੈ, ਜਿੰਨੇ ਇਸ ਸੰਸਾਰ ਦੇ ਭੋਗ ਜੋ ਕਿ ਤਕਰੀਬਨ ਸਾਰੇ ਹੀ ਮਿਥਿਆ ਹਨ, ਉਹ ਮਿਥਿਆ ਨਜ਼ਰ ਨਹੀਂ ਆਉਂਦੇ। ਭਰਮ ਦੀ ਦ੍ਰਿਸ਼ਟੀ ਦੇ ਕਾਰਨ ਸਾਡਾ ਮਨ ਉਹਦੇ ਵਿੱਚ ਪਕੜ ਵਿੱਚ ਆ ਜਾਂਦਾ। ਜਿਉਂ-ਜਿਉਂ ਮਨ ਜਿੰਨਾ ਸੰਸਾਰ ਨਾਲ ਗਹਿਰਾ ਜੁੜੇ, ਓਨੀ ਪਰਸੈਂਟੇਜ ਵਿੱਚ ਦੁੱਖ ਵਿੱਚ ਵਾਧਾ ਹੁੰਦਾ ਜਾਂਦਾ ਹੈ। ਤੇ ਜਿਤਨਾ ਇਹਦੀ ਅਟੈਚਮੈਂਟ ਸੰਸਾਰ ਦੇ ਨਾਲ ਸਪਰਸ਼ ਕਰਨਾ, ਛੂਹਣਾ ਘੱਟ ਹੈ, ਮਨ ਕਰਕੇ ਡੂੰਘਾਈ ਨਹੀਂ ਸੰਸਾਰ ਵਿੱਚ, ਉਪਰੇਪਣ ਵਿੱਚ ਰਹਿੰਦਾ ਹੈ, ਤਾਂ ਓਨਾ ਇਹਨੂੰ ਦੁੱਖ ਘੱਟ ਲੱਗਦਾ ਹੈ। ਜਿਵੇਂ ਕਿ ਸਤਿਗੁਰੂ ਨੇ ਉਦਾਹਰਨ ਦਿੱਤੀ ਕਿ ਸੰਸਾਰ ਦੇ ਵਿੱਚ ਰਹਿਣ ਦਾ ਇੱਕ ਤਰੀਕਾ ਦੱਸਿਆ, ਮੁਸਾਫਰ ਵਾਂਗ। ਜਿਵੇਂ ਅਤਿਥੀ ਹੈ, ਜਿਵੇਂ ਪ੍ਰਾਹੁਣਾ। ਪ੍ਰਾਹੁਣਾ ਜਿਹਦੇ ਘਰ ਵਿੱਚ ਜਾਂਦਾ ਹੈ, ਭਾਵੇਂ ਉਹਦਾ 2 ਦਿਨ ਰਵੇ, 4 ਦਿਨ ਰਹੇ, ਪਰ ਉਹਦੇ ਘਰ ਵਿੱਚ ਜੇ ਬਹੁਤੀ ਮਾਇਆ ਆ ਜਾਏ ਤਾਂ ਉਸ ਪ੍ਰਾਹੁਣੇ ਨੂੰ, ਉਸ ਅਤਿਥੀ ਨੂੰ, ਉਸ ਮੁਸਾਫਰ ਨੂੰ ਉਹਦੀ ਬਹੁਤੀ ਖੁਸ਼ੀ ਨਹੀਂ ਹੁੰਦੀ, ਕਿਉਂਕਿ ਜੋ ਕੁਝ ਆਇਆ ਉਹਨਾਂ ਦਾ ਉਹਦਾ ਆਪਣਾ ਹੈ ਨਹੀਂ। ਜੇ ਉਸ ਘਰ ਵਿੱਚ ਕੋਈ ਨੁਕਸਾਨ ਹੋ ਜਾਏ, ਉਹਦਾ ਉਹਨੂੰ ਕੋਈ ਬਹੁਤਾ ਗਹਿਰਾ ਦੁੱਖ ਵੀ ਨਹੀਂ ਲੱਗਦਾ, ਉਹਦੇ ਤੋਂ ਅਲੇਪ ਰਹਿੰਦਾ, ਉਹਦੇ ਤੋਂ ਉੱਚਾ ਰਹਿਣ ਲੱਗ ਪੈਂਦਾ। ਹੁਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਰ ਸਿਧਾਂਤ ਇਹ ਦੱਸ ਰਹੇ ਨੇ ਕਿ ਸੁੱਖ ਦੀ ਇੱਕ ਦਵਾਈ ਹੈ ਕਿ ਤੂੰ ਸੰਸਾਰ ਵਿੱਚ ਮੁਸਾਫਰ ਵਾਂਗ ਰਹਿ, ਪ੍ਰਾਹੁਣੇ ਵਾਂਗ ਰਹਿ। ਭਾਈ ਗੁਰਦਾਸ ਜੀ ਕਹਿੰਦੇ ਨੇ, ਦੁਨੀਆ ਵਿੱਚ ਪ੍ਰਾਹੁਣਾ ਦਾਵਾ ਛੱਡ ਰਹਿ ਨਾ ਦਾਵੈ, ਪਰ ਹੈ ਬੜਾ ਔਖਾ। ਇਹ ਸਿਰਫ ਸਮਝਣ ਨਾਲ ਨਹੀਂ ਹੁੰਦਾ। ਕੋਈ ਵਿਅਕਤੀ ਸਮਝ ਲਵੇ ਮੈਂ ਪ੍ਰਾਹੁਣਾ ਬਣ ਕੇ ਸੰਸਾਰ ਵਿੱਚ ਰਹਿਣਾ, ਇਸ ਤਰ੍ਹਾਂ ਨਹੀਂ। ਅਸਲ ਵਿੱਚ ਅਕਾਲ ਪੁਰਖ ਦਾ ਨਾਮ ਜੋ ਗੁਰੂ ਦੇ ਰਾਹੀਂ ਜਪਿਆ ਜਾਏ ਔਰ ਉਹਨੂੰ ਪੂਰਾ ਤਰਤੀਬਵਾਰ ਜੀਵਨ ਵਿੱਚ ਹੰਢਾਇਆ ਜਾਏ, ਤਾਂ ਨਾਮ ਜਿਹੜਾ ਹੈ ਸਾਡੇ ਮਨ ਦੇ, ਸਾਡੇ ਜੀਵਨ ਦੇ 2 ਹਿੱਸੇ ਕਰ ਦਿੰਦਾ, 2 ਹਿੱਸਿਆਂ ਵਿੱਚ ਵੰਡ ਦਿੰਦਾ, 2 ਭਾਗ ਕਰ ਦਿੰਦਾ। ਇੱਕ ਮਨ ਦਾ ਥੋੜ੍ਹਾ ਜਿਹਾ ਹਿੱਸਾ ਸੰਸਾਰ ਦੇ ਕੰਮ ਕਰੀ ਜਾਂਦਾ, ਬਾਕੀ ਉੱਚਾ ਰਹਿੰਦਾ।
ਤਾਂ ਜੇ ਨਾਮ ਅੰਦਰ ਨਹੀਂ ਤੇ ਸਾਰਾ ਡੁੱਬ ਜਾਂਦਾ। ਤਾਂ ਗੁਰਬਾਣੀ ਨੂੰ ਨਾਮ ਨੂੰ ਗੁਰਬਾਣੀ ਨੂੰ ਬੇੜੀ ਤਾਂ ਕਿਹਾ ਹੈ, ਗੁਰੂ ਨੂੰ ਬੇੜੀ ਤਾਂ ਕਿਹਾ ਹੈ। ਬੇੜੀ ਦਾ ਮਤਲਬ ਹੈ ਕਿ ਜਿਹੜਾ ਵਿਅਕਤੀ ਬੇੜੀ ਵਿੱਚ ਸਫ਼ਰ ਕਰਦਾ ਉਹ ਬੇੜੀ ਸਮੁੰਦਰ ਦੇ ਵਿੱਚ ਵੀ ਰਹਿੰਦਾ ਹੈ ਤੇ ਡੁੱਬਦਾ ਵੀ ਨਹੀਂ। ਦੋ ਚੀਜ਼ਾਂ ਇਕੱਠੀਆਂ ਵਿੱਚ ਰਹਿੰਦਾ ਕਿਉਂਕਿ ਸਮੁੰਦਰ ਦੇ ਵਿਚਕਾਰ ਜਾ ਰਿਹਾ, ਡੁੱਬਦਾ ਤਾਂ ਨਹੀਂ ਕਿਉਂਕਿ ਉਹਨੇ ਬੇੜੀ ਲਈ ਹੋਈ ਹੈ। ਪਰ ਜੇ ਕੋਈ ਬੇੜੀਹੀਨ ਹੈ, ਜਿਹਦੇ ਕੋਲ ਬੇੜੀ ਨਹੀਂ, ਉਹ ਸਮੁੰਦਰ ਦੇ ਵਿੱਚ ਜਾਏਗਾ ਤੇ ਡੁੱਬਣ ਦੀ ਬਹੁਤ ਸੰਭਾਵਨਾ ਹੈ ਜੇ ਉਹਨੂੰ ਤਰਨਾ ਨਹੀਂ ਆਉਂਦਾ। ਜੇ ਤਰਨਾ ਵੀ ਆਉਂਦਾ ਥੱਕ ਜਾਏਗਾ। ਤਾਂ ਜਿਨ੍ਹਾਂ ਦੇ ਕੋਲ ਗੁਰੂ ਕੇ ਸ਼ਬਦ ਦੀ, ਗੁਰੂ ਕੇ ਉਪਦੇਸ਼ ਦੀ ਬੇੜੀ ਹੈ, ਉਹ ਇਸ ਸੰਸਾਰ ਦੇ ਵਿੱਚ ਵੀ ਰਹਿੰਦੇ ਨੇ, ਸੰਸਾਰ ਦੀ ਯਾਤਰਾ ਵੀ ਕਰਦੇ ਨੇ, ਸਮੁੰਦਰ ਦੀ ਯਾਤਰਾ ਵੀ ਕਰਦੇ ਹਨ, ਪਰ ਉਹਦੇ ਵਿੱਚ ਡੁੱਬਣ ਦਾ ਉਹਨਾਂ ਨੂੰ ਕੋਈ ਤੌਖਲਾ ਨਹੀਂ ਕਿਉਂਕਿ ਬੇੜੀ ਤੇ ਬੈਠੇ ਹੋਏ ਨੇ। ਪਾਣੀ ਬਿਲਕੁਲ ਨੇੜੇ ਹੈ। ਜੇ ਮਨ ਚਾਹੇ ਤੇ ਹੱਥ ਪਾ ਕੇ ਪਾਣੀ ਨਾਲ ਖੇਡ ਵੀ ਸਕਦੇ ਨੇ, ਮਨ ਚਾਹੇ ਤੇ ਸਮੁੰਦਰ ਵਿੱਚੋਂ ਪਾਣੀ ਦੀ ਬੁੱਕ ਕੱਢ ਵੀ ਸਕਦੇ ਨੇ, ਪਰ ਉਹ ਆਪ ਸੁਰੱਖਿਅਤ ਨੇ, ਡੁੱਬਣ ਤੋਂ ਰਹਿਤ ਨੇ, ਬਚਣ ਵਾਲੇ ਨੇ। ਇਸੇ ਤਰ੍ਹਾਂ ਜਿਹੜੇ ਲੋਕਾਂ ਕੋਲ ਗੁਰੂ ਕੇ ਸ਼ਬਦ ਦੀ, ਗੁਰੂ ਕੇ ਉਪਦੇਸ਼ ਦੀ ਬੇੜੀ ਹੈ, ਉਹ ਸਾਧ ਸੰਗਤ ਜੀ ਰਹਿੰਦੇ ਇਸ ਸੰਸਾਰ ਦੇ ਅੰਦਰ ਇਹਦੀ ਵਰਤੋਂ ਵੀ ਕਰ ਸਕਦੇ ਪਰ ਡੁੱਬਣ ਤੋਂ ਬਚ ਜਾਂਦੇ ਨੇ। ਜਿਹੜੇ ਬੇੜੀ ਰਹਿਤ ਸੰਸਾਰ ਵਿੱਚ ਆਉਂਦੇ ਨੇ, ਗੁਰੂ ਰਹਿਤ, ਗੁਰੂ ਕੇ ਸ਼ਬਦ ਤੋਂ ਬਿਨਾਂ, ਉਹ ਡੁੱਬ ਜਾਂਦੇ ਹਨ। ਉਹਨਾਂ ਦਾ ਤਰਨਾ, ਉਹ ਦੁੱਖ ਦੇ ਸਮੁੰਦਰ ਵਿੱਚ ਡੁੱਬ ਜਾਂਦੇ ਨੇ। ਤਾਂ ਇੱਥੇ ਸਤਿਗੁਰੂ ਇੱਕ ਸ਼ਬਦ ਵਰਤ ਰਹੇ ਨੇ ਕਿ ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ 9ਵੀਂ ਅਸ਼ਟਪਦੀ ਦੇ ਸ਼ਲੋਕ ਵਿੱਚ ਕਹਿ ਰਹੇ ਨੇ ਕਿ ਜਿਹੜੇ ਲੋਕਾਂ ਨੇ ਅੰਦਰ ਨਾਮ ਨੂੰ ਧਾਰਨ ਕਰ ਲਿਆ, ਉਹਨਾਂ ਵਿੱਚ ਇੱਕ ਵਿਲੱਖਣ ਅਵਸਥਾ ਪੈਦਾ ਹੋ ਜਾਂਦੀ ਹੈ। ਉਹ ਕਿਹੜੀ? ਅਪਰਸ ਅਵਸਥਾ। ਪਰਸ ਦਾ ਮਤਲਬ ਹੈ ਉਹਨਾਂ ਨੂੰ ਸੰਸਾਰ ਪਰਸਦਾ ਨਹੀਂ, ਉਹਨਾਂ ਨੂੰ ਸੰਸਾਰ ਛੂੰਹਦਾ ਨਹੀਂ। ਜਿਵੇਂ ਮੈਂ ਉਦਾਹਰਨ ਦਿਆਂ, ਅਪਰਸ ਦੇ ਅਰਥ ਜਿਹੜੇ ਨੇ ਬਿਲਕੁਲ ਸਾਫ਼ ਹੋ ਜਾਣਗੇ। ਉਦਾਹਰਨ ਭਾਈ ਗੁਰਦਾਸ ਜੀ ਨੇ ਵੀ ਦਿੱਤੀ ਹੈ। ਉਹ ਕਹਿੰਦੇ ਨੇ ਤੁਸੀਂ 2 ਕਾਗਜ਼ ਲਵੋ। ਅਪਰਸ ਕੀ ਹੈ? ਉਦਾਹਰਨ ਦਿੱਤਿਆਂ ਸਮਝ ਆ ਜਾਏਗਾ। ਅਪਰਸ ਕਿਹਨੂੰ ਕਹਿੰਦੇ ਨੇ? ਉਹ ਕਿਵੇਂ ਬਣੀਦਾ ਹੈ? ਉਹਦਾ ਲਾਭ ਕੀ ਹੈ? ਕਿਉਂਕਿ ਮਨ ਕਹਿੰਦਾ ਨਾ ਵੀ ਕਾਹਦੇ ਵਾਸਤੇ ਅਪਰਸ ਬਣਨਾ। ਅਪਰਸ ਦਾ ਮਤਲਬ ਜਿਹਨੂੰ ਸੰਸਾਰ ਨਾ ਛੂ ਸਕੇ, ਜਿਹਨੂੰ ਵਾਸ਼ਨਾ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਤੇ ਸੰਸਾਰ ਹੈ, ਇਹ ਨਾ ਛੂਏ ਜਿਹਨੂੰ, ਉਹ ਕਿਵੇਂ ਬਣਨਾ ਅਸੀਂ? ਤੇ ਕਿਹਨੂੰ ਛੂੰਹਦੇ ਨੇ? ਸਾਡੇ ਮਨ ਨੂੰ। ਮਨ ਨੂੰ ਇਹਨਾਂ ਤੋਂ ਕਿਵੇਂ ਬਚਾਉਣਾ, ਕਿਹੜਾ ਤਰੀਕਾ ਹੈ? ਤਾਂ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ, ਕਹਿੰਦੇ 2 ਕਾਗਜ਼ ਲਵੋ, 2 ਕਾਗਜ਼ ਦੇ ਟੁਕੜੇ, ਦੋਵੇਂ ਕਾਗਜ਼ ਬਿਲਕੁਲ ਕੋਰੇ ਹਨ। ਤਾਂ ਇੱਕ ਕਾਗਜ਼ ਨੂੰ ਤੁਸੀਂ ਪਾਣੀ ਦੇ ਕਿਨਾਰੇ ਤੇ ਬੈਠ ਕੇ ਘਿਓ ਦੇ ਭਾਂਡੇ ਵਿੱਚ, ਦੇਸੀ ਘਿਓ ਦੇ ਵਿੱਚ ਡੁਬੋ ਦਿਓ। ਉਹ ਜਿਹੜਾ ਕਾਗਜ਼ ਹੈ ਨਾ, ਹੈ ਤਾਂ ਕਾਗਜ਼ ਹੀ, ਉਹ ਜਦੋਂ ਡੁੱਬੇਗਾ ਤਾਂ ਉਹਦੇ ਵਿੱਚ ਘਿਓ ਦੀ ਪਕੜ ਆ ਜਾਏਗੀ, ਘਿਓ ਉਹਦੇ ਵਿੱਚ ਸਮਾ ਜਾਏਗਾ। ਹੁਣ ਉਹਨੂੰ ਕਾਗਜ਼ ਨੂੰ ਕੱਢ ਕੇ 2 ਭਾਂਡਿਆਂ ਵਿੱਚ ਪਾਣੀ ਹੈ ਜਾਂ ਇੱਕੋ ਭਾਂਡੇ ਵਿੱਚ ਪਾਣੀ ਲੈ ਕੇ, ਇੱਕ ਉਹ ਜਿਹੜਾ ਬਿਲਕੁਲ ਕੋਰਾ ਕਾਗਜ਼ ਜਿਹੜਾ ਘਿਓ ਵਿੱਚ ਨਹੀਂ ਡੁੱਬਿਆ ਗਿਆ, ਤੇ ਇੱਕ ਘਿਓ ਵਿੱਚ ਡੁਬੋਇਆ ਹੋਇਆ ਕਾਗਜ਼, ਦੋਹਾਂ ਨੂੰ ਪਾਣੀ ਦੇ ਭਾਂਡੇ ਵਿੱਚ ਡੁਬੋ ਦਿਓ। ਤੇ ਸ਼ਾਮ ਨੂੰ ਜਦੋਂ ਤੁਸੀਂ ਦੋਵਾਂ ਨੂੰ ਕੱਢੋਗੇ, ਜਿਹੜਾ ਘਿਓ ਵਿੱਚ ਡੁਬੋਇਆ ਹੋਇਆ ਸੀ, ਜਿਹਨੂੰ ਘਿਓ ਲੱਗਾ ਸੀ, ਉਹ ਕਾਗਜ਼ ਪਾਣੀ ਨਾਲ ਗਲਿਆ ਨਹੀਂ, ਜਿਹੜਾ ਕੋਰਾ ਕਾਗਜ਼ ਸੀ ਪਾਣੀ ਨੇ ਗਾਲ ਕੇ ਸਾਫ਼ ਕਰ ਦਿੱਤਾ, ਖਤਮ ਕਰ ਦਿੱਤਾ ਉਸ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ, ਜਿਨ੍ਹਾਂ ਦਾ ਮਨ ਨਾਮ ਵਿੱਚ ਤੇ ਗੁਰਬਾਣੀ ਰੂਪੀ ਘਿਓ ਦੇ ਵਿੱਚ ਕਾਗਜ਼ ਵਰਗਾ ਹੈ ਮਨ, ਇਹ ਗਲ ਜਾਂਦਾ। ਇਹ ਮਨ ਜਿਨ੍ਹਾਂ ਦਾ ਗੁਰਬਾਣੀ ਨਾਮ ਦੀ ਯਾਦ ਵਿੱਚ ਟਿਕਿਆ ਰਹਿੰਦਾ, ਇੱਕ ਉਹਨਾਂ ਦੇ ਅੰਦਰ ਨਾਮ ਦੀ ਥਿੰਦਾਈ ਅੰਦਰ ਸਿਮ ਜਾਂਦੀ ਉਹਨਾਂ ਦੇ ਮਨ ਵਿੱਚ। ਫਿਰ ਉਹਨਾਂ ਨੂੰ ਜਿੱਥੇ ਮਰਜ਼ੀ ਸਿੱਟ ਦਿਓ, ਬਾਜ਼ਾਰ ਵਿੱਚ ਸਿੱਟ ਦਿਓ, ਪਰਿਵਾਰ ਵਿੱਚ ਸਿੱਟ ਦਿਓ, ਜਿੱਥੇ ਮਰਜ਼ੀ ਵਗਾ ਦਿਓ, ਉਹਨਾਂ ਦੇ ਅੰਦਰਲੀ ਥਿੰਦਾਈ ਨਹੀਂ ਜਾਏਗੀ। ਉਹ ਸਹਿ ਜਾਣਗੇ, ਉਹਨਾਂ ਤੱਕ ਸੰਸਾਰ ਨਹੀਂ ਆ ਸਕੇਗਾ। ਜਿਹਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਕੂੜ ਕੀ ਸੋਏ ਪਹੁੰਚੈ ਨਾਹੀ,
मनसा सच समाणी। जन्म रतन जिनी खटिया भले से बनजारे। कह नानक जिन मन निर्मल सदा रहें गुर नाले। ਇਹਦੇ ਵਿੱਚ ਸਾਰ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਆ ਜਾਂਦਾ ਖਿਆਲ। ਬਸ ਇਹੀ ਕੰਮ ਕਰਨਾ ਸਿੱਖ। ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਕਿੱਥੋਂ ਕਰੀਏ ਸ਼ੁਰੂ, ਕਿੱਥੇ ਛੱਡੀਏ, ਕਿਉਂਕਿ ਇੰਨੇ ਗਿਆਨ, ਇੰਨੀਆਂ ਚਰਚਾਵਾਂ, ਇੰਨੀਆਂ ਕਥਾਵਾਂ, ਇੰਨੀਆਂ ਮਰਿਆਦਾ, ਬੰਦਾ ਉਲਝ ਜਾਂਦਾ। ਧਾਰਮਿਕ ਬੰਦੇ ਨੂੰ ਸਮਝ ਹੀ ਕੋਈ ਨਹੀਂ ਆਉਂਦੀ, ਕਿਉਂਕਿ ਅਸੀਂ ਖਿਲਾਰਾ ਹੀ ਇੰਨਾ ਪਾ ਦਿੰਦੇ ਹਾਂ, ਉਹਦੀ ਪਕੜ ਵਿੱਚ ਕੁਝ ਨਹੀਂ ਆਉਂਦਾ ਵੀ ਕਰਨਾ ਕੀ ਹੈ, ਕੰਮ ਕੀ ਕਰਨਾ। ਜੇ ਸਾਰੇ ਮੋਰਲ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਿਧਾਂਤ ਨੂੰ ਇਕੱਠਾ ਕਰ ਲਈਏ ਤੇ ਉਹ ਇੱਥੇ ਆ ਕੇ ਖਲੋ ਜਾਏਗਾ ਵੀ ਤੁਸੀਂ ਆਪਣੇ ਮਨ ਨੂੰ ਨਾਮ ਵਿੱਚ ਜੋੜ ਕੇ ਇਹਦੇ ਵਿੱਚ ਨਾਮ ਦੀ ਥਿੰਦਾਈ ਭਰ ਲਓ। ਉਹਦੇ ਤੋਂ ਬਾਅਦ ਫਿਰ ਜਿੱਥੇ ਵੀ ਰਹੇਗਾ ਮਨ, ਉੱਥੇ ਸੰਸਾਰ ਉਹਦੇ ਵਿੱਚ ਐਂਟਰੀ ਨਹੀਂ ਕਰੇਗਾ, ਪ੍ਰਵੇਸ਼ ਨਹੀਂ ਕਰੇਗਾ। ਉਹਦੇ ਤੋਂ ਬਿਨਾਂ ਕੋਈ ਗਿਆਨ ਨਹੀਂ ਬਚਾ ਸਕਦਾ ਮਨ ਨੂੰ। ਖਿਆਲ ਰੱਖ, ਬੜੇ ਸੁੱਕੇ ਪੁੱਕੇ ਗਿਆਨਵਾਨ ਨੇ ਸਾਡੇ ਵਿੱਚ, ਜਿਹੜੇ ਇਸ ਤਰ੍ਹਾਂ ਦੇ। ਹੁਣ ਇੱਕ ਕਾਗਜ਼ ਹੈ ਸਾਧ ਸੰਗਤ ਜੀ, ਬਿਲਕੁਲ ਕੋਰਾ, ਜਿਵੇਂ ਮੈਂ ਉਦਾਹਰਨ ਦਿੱਤੀ, ਤਾਂ ਉਸ ਕੋਰੇ ਕਾਗਜ਼ ਨੂੰ ਤੁਸੀਂ ਕਥਾ ਸੁਣਾਓ ਵੀ ਤੂੰ ਪਾਣੀ ਵਿੱਚ ਗਲੀ ਨਾ, ਪਾਣੀ ਵਿੱਚ ਬਚ ਜਾਈਦਾ, ਤੂੰ ਪਾਣੀ ਵਿੱਚ ਚੱਲਾਂ, ਬਚ ਕੇ ਰਹੀਂ। ਸਾਰੀਆਂ ਕਥਾਵਾਂ ਉਹਨੂੰ ਸੁਣਾ ਦਈਏ, ਸਾਰੇ ਗਿਆਨ, ਸਾਰੀ ਮਰਿਆਦਾ ਸਮਝਾ ਦਈਏ ਉਹਨੂੰ, ਉਹਦੇ ਉੱਤੇ ਰੰਗ ਵੀ ਕਰ ਦਈਏ ਸਾਰੇ, ਤੇ ਉਹਨੂੰ ਪੂਰਾ ਸਮਝਾ ਕੇ ਕਹਿ ਦਈਏ ਵੀ ਜਾ ਤੂੰ ਪਾਣੀ ਵਿੱਚ ਗਲੀ ਨਾ। ਇਹਦੇ ਕਹਿਣ ਨਾਲ ਕੀ ਹੋਵੇਗਾ? ਕਹਿਣ ਨਾਲ ਨਹੀਂ ਉਹ ਗਲਣ ਤੋਂ ਬਚੇਗਾ। ਉਹ ਗਲਣ ਤੋਂ ਉਦੋਂ ਬਚੇਗਾ ਜਦੋਂ ਉਹਨੂੰ ਪਹਿਲਾਂ ਘਿਓ ਦੀ ਸੰਗਤ ਵਿੱਚ ਦਿਆਂਗੇ। ਇਸ ਤਰ੍ਹਾਂ ਮਨੁੱਖ ਦਾ ਮਨ ਕਾਗਜ਼ ਵਰਗਾ ਹੈ, ਜਿਹਨੂੰ ਕਬੀਰ ਸਾਹਿਬ ਕਹਿੰਦੇ ਪਾਪੀ ਜੀਅਰਾ ਲੋਭ ਕਰਤ ਹੈ, ਕਾਗਜ਼ ਜਿਉਂ ਗਲ ਜਾਏਗਾ। ਕਾਗਜ਼ ਵਾਂਗੂ ਤੂੰ ਗਲ ਜਾਣਾ। ਕੋਈ ਉੱਥੇ ਗਿਆਨ, ਕੋਈ ਧਿਆਨ, ਕੋਈ ਕੰਮ ਨਹੀਂ ਕਰਦਾ। ਸਭ ਗਾਲ ਕੇ ਰੱਖ ਦਿੱਤੇ ਇਹਨਾਂ ਪੰਜ ਵਿਕਾਰਾਂ ਨੇ, ਗਲੇ ਹੋਏ ਨੇ ਬਹੁਤ ਸਾਰੇ। ਉੱਥੇ ਨਹੀਂ ਗਿਆਨ। ਤਾਂ ਗਿਆਨ ਕੀ ਹੈ? ਗੁਰਮਤਿ ਦਾ। ਗੁਰਮਤਿ ਦਾ ਗਿਆਨ ਹੈ ਪਹਿਲਾਂ ਕਾਗਜ਼ ਨੂੰ ਘਿਓ ਨਾਲ ਜੋੜਨ ਦੀ ਕੋਸ਼ਿਸ਼ ਕਰੀਏ, ਪਹਿਲਾਂ ਮਨ ਨੂੰ ਸ਼ਬਦ ਨਾਲ, ਸਿਮਰਨ ਨਾਲ ਜੋੜਨ ਦੀ ਕੋਸ਼ਿਸ਼ ਕਰੀ। ਜਦੋਂ ਜੁੜ ਜਾਏਗਾ ਤਾਂ ਫਿਰ ਉਹਦੇ ਵਿੱਚ ਥਿੰਦਾਈ ਆ ਜਾਏਗੀ। ਫਿਰ ਉਹਨੂੰ ਸਿੱਟ ਦਿਓ ਵਿੱਚ, ਕੋਈ ਉੱਥੇ ਪ੍ਰਵਾਹ ਨਹੀਂ, ਉਹਨਾਂ ਤੇ ਕੋਈ ਅਸਰ ਨਹੀਂ। ਦੁਨੀਆ ਨੇ ਸਾਰਾ ਜ਼ੋਰ ਲਾ ਲਿਆ, ਤਿੰਨ ਚੀਜ਼ਾਂ ਵਰਤ ਲਈਆਂ ਉਹਨਾਂ ਤੇ, ਸ਼ਾਮ, ਦਾਮ ਤੇ ਦੰਡ। ਉਹਨਾਂ ਦੀ ਸ਼ਰਨ ਪੈ ਕੇ, ਭੇਤ ਲੈ ਕੇ ਉਹਨਾਂ ਨੂੰ ਡੁਲਾਉਣ ਦਾ ਯਤਨ ਕੀਤਾ, ਫਿਰ ਵੀ ਨਹੀਂ ਡੋਲਿਓ। ਫਿਰ ਉਹਨਾਂ ਨੂੰ ਪੈਸੇ, ਮਾਇਆ ਆਦਿਕ ਲੋਭ ਵਿੱਚ ਪਾ ਕੇ, ਰਿੱਧੀਆਂ ਸਿੱਧੀਆਂ ਦੇ ਚੱਕਰ ਵਿੱਚ ਪਾ ਕੇ ਭਰਮਾਉਣ ਦਾ ਯਤਨ ਕੀਤਾ, ਫਿਰ ਵੀ ਨਹੀਂ ਉਹ ਫਸੇ। ਤੇ ਫਿਰ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਆਰਿਆਂ ਨਾਲ ਚੀਰ ਦਿੱਤਾ, ਤਾਂ ਵੀ ਨਹੀਂ, ਕਿਉਂਕਿ ਅੰਦਰ ਉਹਨਾਂ ਦੇ ਨਾਮ ਵਸ ਗਿਆ। ਤਾਂ ਮੂਲ ਕੀ ਹੈ ਧਰਮ ਦਾ? ਅੰਦਰ ਉਹਦਾ ਕਨੈਕਸ਼ਨ ਬਣਾਉਣਾ, ਜਿਹੜਾ ਸਾਨੂੰ ਸਟਰੋਂਗ ਕਰਦਾ। ਉਹਦੇ ਤੋਂ ਬਿਨਾਂ ਕੋਈ ਵਿਅਕਤੀ ਧਰਮੀ ਨਹੀਂ। ਐਵੇਂ ਸਾਨੂੰ ਬੜੇ ਲੋਕ ਫੁਲਾਈ ਜਾਂਦੇ ਨੇ, ਤੁਸੀਂ ਬੜੇ ਵੱਡੇ ਧਰਮੀ ਹੋ। ਇਸ ਚੱਕਰ ਵਿੱਚ, ਇਹਨਾਂ ਵਿਖਿਆਨਾਂ ਵਿੱਚ ਨਾ ਪੈਣਾ। ਇਹ ਬਾਜ਼ਾਰੀਕਰਨ ਹੈ, ਮਾਰਕੀਟ ਹੈ। ਸਾਨੂੰ ਕਿੰਨੇ ਲੋਕ ਕਹਿ ਰਹੇ ਨੇ ਬਸ ਤੁਸੀਂ ਬਹੁਤ ਵੱਡੇ ਧਰਮੀ ਹੋ। ਬੜੇ ਲੋਕ, ਉਹਨਾਂ ਦੀਆਂ ਵਿਆਖਿਆ ਵਿੱਚ ਕੋਈ ਧਰਮੀ ਹੈ ਤੇ ਭਾਵੇਂ ਨਹੀਂ, ਉਹਨਾਂ ਨੇ ਕਹਿਣਾ ਜੀ ਬਸ ਬਹੁਤ ਵੱਡੇ ਤੁਸੀਂ ਧਰਮੀ। ਉਹ ਵਿਚਾਰੇ ਇਸੇ ਵਿੱਚ ਰਹਿ ਜਾਂਦੇ। ਸਤਿਗੁਰੂ ਕਹਿੰਦੇ ਜਿੰਨਾ ਚਿਰ ਅੰਦਰ ਕਨੈਕਸ਼ਨ ਨਹੀਂ ਨਾ ਬਣਿਆ, ਤੇਰੀ ਸਾਂਝ ਨਹੀਂ ਬਣੀ ਨਾਮ ਨਾਲ, ਸ਼ਬਦ ਨਾਲ, ਉਹਨਾਂ ਚਿਰ ਕਿਵੇਂ ਧਰਮੀ ਹੋਵੇਗਾ? ਕਿਵੇਂ ਤੂੰ ਆਪਣੇ ਆਪ ਨੂੰ ਬਚਾ ਸਕੇਗਾ? ਤਾਂ ਉਹ ਕਾਗਜ਼ ਬਚਿਆ। ਅਪਰਸ ਦੇ ਕੀ ਅਰਥ ਨੇ? ਨਾਨਕ ਕੋਟ ਮਦੇ ਕੋ ਐਸਾ ਅਪਰਸ। ਜਿਨਨੇ ਘਿਓ ਦੀ ਸੰਗਤ ਕੀਤੀ ਉਹ ਕਾਗਜ਼ ਬਚ ਗਿਆ। ਕਿੰਨੀਆਂ ਉਦਾਹਰਨਾਂ ਨੇ। ਆਪਾਂ ਜਿਹੜੀ ਚੀਜ਼ ਨੂੰ ਪਾਣੀ ਵਿੱਚ ਸਿੱਟਨੇ ਆ, ਉਹਨੂੰ ਰੰਗ ਕਰ ਦਿੰਦੇ ਆ, ਰੋਗਨ ਕਰ ਦਿੰਦੇ, ਪਾਲਿਸ਼ ਕਰ ਦਿੰਦੇ। ਪਾਲਿਸ਼ ਤਾਂ ਕਰੀਦੀ ਕਿ ਪਾਣੀ ਇਹਨੂੰ ਛੂਹੇ ਨਾ। ਇਸ ਤਰ੍ਹਾਂ ਗੁਰਮੁਖ ਦੇ ਮਨ ਨੂੰ ਨਾਮ ਦੀ ਪਾਲਿਸ਼ ਹੋ ਜਾਂਦੀ। ਉਹ ਸੰਸਾਰ ਦੇ ਪਾਣੀ ਵਿੱਚ ਰਹਿੰਦਾ ਤੇ ਅਪਰਸ ਪਾਣੀ ਉਹਨੂੰ ਛੂੰਹਦਾ ਨਹੀਂ, ਉਹਨੂੰ ਖਹਿੰਦਾ ਨਹੀਂ। ਇਸ ਕਰਕੇ ਜੰਗਾਲ ਤੋਂ ਬਚ ਜਾਂਦਾ ਹੈ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਮੈਂ ਇਸ ਅਖਰੀ ਅਰਥਾਂ ਵੱਲ ਅੱਗੇ ਤੁਰਨ ਦਾ ਯਤਨ ਕਰਾਂ, ਕਿਉਂਕਿ ਕਾਫੀ 4 ਅੰਕ ਹਨ
ਜਿਨ੍ਹਾਂ ਵਿੱਚ ਇਸੇ ਚੀਜ਼ ਦੀ ਵਾਰ-ਵਾਰ ਵਿਆਖਿਆ ਕੀਤੀ ਜਾਏਗੀ। ਤਾਂ ਮੈਂ 5-7-10 ਮਿੰਟ ਪਹਿਲਾਂ ਬੇਨਤੀ ਕੀਤੀ ਹੈ, ਉਹਦੀ ਕੀ ਨਿਸ਼ਾਨੀ ਹੈ ਜਿਹਦੇ ਉੱਤੇ ਸੰਸਾਰ ਪ੍ਰਭਾਵ ਨਹੀਂ ਪਾਉਂਦਾ, ਜਿਹਦੇ ਤੇ ਅਸਰ ਨਹੀਂ ਪਾਉਂਦਾ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਉਰ ਧਾਰੈ ਜੋ ਅੰਤਰ ਨਾਮ। ਇਹ ਹੈ ਉਹਦੀ ਨਿਸ਼ਾਨੀ। ਉਰ ਦੇ ਅਰਥ ਨੇ ਹਿਰਦਾ। ਇਹ ਵੱਖਰੇ ਵੱਖਰੇ ਸ਼ਬਦ ਨੇ। ਹਿਰਦਾ, ਮਨ, ਦਿਮਾਗ। ਜਿਹੜਾ ਮਨ ਹੈ ਸਾਰੀਆਂ ਚੀਜ਼ਾਂ ਵਿੱਚ ਕੰਮ ਕਰਦਾ। ਮਨ ਲਾਈਟ ਦੀ ਤਰ੍ਹਾਂ ਹੈ, ਖਿਆਲ ਰੱਖਣਾ। ਮਨ ਦੇ ਕੀ ਅਰਥ ਹੋਣਗੇ? ਮਨ ਦੇ ਅਰਥ ਨੇ ਐਨਰਜੀ, ਲਾਈਟ। ਮਨ ਕਿਸੇ ਐਕਸਰੇ ਵਿੱਚ ਨਹੀਂ ਆਉਂਦਾ। ਕੋਈ ਆਕਾਰ ਨਹੀਂ ਕਿ ਮਾਸ ਦਾ ਟੁਕੜਾ ਹੈ ਮਨ, ਕਿ ਉਹਨੂੰ ਕਿਸੇ ਪਕੜ ਵਿੱਚ, ਕਿਸੇ ਐਕਸਰੇ ਵਿੱਚ, ਕਿਸੇ ਅਲਟਰਾਸਾਊਂਡ ਵਿੱਚ ਲਿਆਂਦਾ ਜਾਏਗਾ। ਦਿਮਾਗ ਦਾ ਅਲਟਰਾਸਾਊਂਡ ਹੋ ਸਕਦਾ, ਹਾਰਟ ਦਾ ਹੋ ਸਕਦਾ, ਉਹ ਮਾਸ ਦੇ ਟੁਕੜੇ ਨੇ। ਜਿਵੇਂ ਮੈਂ ਇਉਂ ਕਹਾਂ ਵੀ ਕੋਈ ਆਦਮੀ ਕੈਮਰਾ ਲੈ ਕੇ ਆਵੇ, ਉਹ ਪੱਖੇ ਦੀ ਫੋਟੋ ਲੈ ਸਕਦਾ, ਪਰ ਵਿੱਚ ਜਿਹੜੀ ਲਾਈਟ ਘੁੰਮ ਰਹੀ ਹੈ ਉਹਦੀ ਨਹੀਂ ਆਏਗੀ ਫੋਟੋ ਵਿੱਚ। ਜਿਵੇਂ ਬਲਬ ਹੈ, ਤੁਸੀਂ ਲਾਈਟ ਹੈ, ਟਿਊਬ ਜਗਦੀ, ਟਿਊਬ ਦੀ ਫੋਟੋ ਲੈ ਸਕਦੇ ਹੋ, ਜਿਹੜੀ ਵਿੱਚ ਐਨਰਜੀ ਉਹਦੇ ਜਗ ਰਹੀ ਹੈ ਉਹਦੀ ਫੋਟੋ ਨਹੀਂ ਵਿੱਚ ਆਵੇਗੀ, ਉਹ ਤਸਵੀਰ ਵਿੱਚ ਨਹੀਂ ਆਏਗਾ। ਇਸ ਤਰ੍ਹਾਂ ਮਨ ਕੀ ਹੈ? ਮਨ ਅਦ੍ਰਿਸ਼ ਐਨਰਜੀ ਹੈ। ਉਹ ਜਿਹੜੇ ਅੰਗ ਵਿੱਚ ਜਾਂਦੀ ਹੈ, ਜਿੱਥੇ ਸਾਡਾ ਧਿਆਨ ਜਾਂਦਾ, ਉਹ ਚੀਜ਼ ਕੰਮ ਕਰਨ ਲੱਗ ਪੈਂਦੀ ਹੈ। ਜਿੱਥੇ ਉਹ ਜਾਏਗੀ ਉਹ ਮਨ ਉੱਥੇ ਰਹਿੰਦਾ। ਲੋਕ ਕਹਿੰਦੇ ਨੇ ਦੱਸੋ ਮਨ ਕਿੱਥੇ ਰਹਿੰਦਾ ਹੈ? ਬੜੇ ਬੜੇ ਵਿਖਿਆਨ ਨੇ ਮਨ ਦੇ। ਮਨ ਉੱਥੇ ਰਹਿੰਦਾ ਜਿੱਥੇ ਧਿਆਨ ਜਾਂਦਾ ਹੈ। ਤੁਸੀਂ ਪੈਰ ਵਿੱਚ ਧਿਆਨ ਲੈ ਕੇ ਜਾਓ, ਮਨ ਉੱਥੇ ਚਲਾ ਜਾਏਗਾ। ਅੰਗੂਠੇ ਵਿੱਚ ਲੈ ਕੇ ਜਾਓ, ਅੰਗੂਠੇ ਵਿੱਚ ਚਲਾ ਜਾਏਗਾ। ਹੱਥ ਵਿੱਚ ਲੈ ਕੇ ਜਾਓ, ਹੱਥ ਵਿੱਚ। ਅੱਖ ਵਿੱਚ ਧਿਆਨ ਲੈ ਕੇ ਜਾਓ, ਮਨ ਉੱਥੇ ਚਲਾ ਜਾਏਗਾ। ਕੰਨ ਵਿੱਚ ਲੈ ਕੇ ਜਾਓ, ਉੱਥੇ ਚਲਾ ਜਾਏਗਾ। ਜਿੱਥੇ ਅਸੀਂ ਧਿਆਨ ਲੈ ਕੇ ਜਾਵਾਂਗੇ, ਮਨ ਕੋਈ ਟੁਕੜਾ ਨਹੀਂ ਹੈ ਕਿ ਜਿਹਨੂੰ ਇੱਕ ਥਾਂ ਤੇ ਪ੍ਰਮਾਤਮਾ ਨੇ ਕਾਬਲੇ ਕੱਸ ਕੇ ਨਟ ਬੋਲਟ ਲਾ ਦਿੱਤੇ ਵੀ ਆਹ ਮਨ ਹੈ। ਉੱਥੇ ਨਹੀਂ ਰਹਿੰਦਾ ਉਹ। ਇਹ ਇੱਕ ਘੁੰਮਦੀ ਹੋਈ ਐਨਰਜੀ ਹੈ ਸਰੀਰ ਵਿੱਚ। ਤਾਂ ਹੀ ਗੁਰੂ ਸਾਹਿਬ ਨੇ ਇੱਥੇ ਯੋਗ ਮਤ ਨੂੰ ਰੱਦ ਕੀਤਾ। ਉਹ ਕਹਿੰਦੇ ਇੱਕ ਥਾਂ ਤੇ ਸਰੀਰ ਵਿੱਚ ਤੁਸੀਂ ਧਿਆਨ ਲਾ ਲਓ। ਹਜ਼ੂਰ ਕਹਿੰਦੇ ਕਿੱਥੇ ਲਾਓਗੇ? ਮਨ ਦਾ ਤੇ ਪਤਾ ਹੀ ਨਹੀਂ, ਥਾਂ ਬਦਲ ਜਾਂਦਾ। ਜਿੱਥੇ ਤੁਸੀਂ ਧਿਆਨ ਲਾਓਗੇ ਉਹ ਬਚ ਜਾਏਗਾ, ਹੋਰ ਥਾਂ ਤੇ ਚਲਾ ਜਾਏਗਾ। ਤਾਂ ਮਨ ਜਿਹੜਾ ਹੈ ਉਹ ਇੱਕ ਅਦ੍ਰਿਸ਼ਟ ਸ਼ਕਤੀ ਹੈ ਸਰੀਰ ਦੀ। ਜਦੋਂ ਉਹ ਦਿਮਾਗ ਵਿੱਚ ਜਾਂਦਾ, ਸਿਰ ਵਿੱਚ, ਤਾਂ ਬੰਦਾ ਦਿਮਾਗ ਨਾਲ ਸੋਚਦਾ ਹੈ। ਤਾਂ ਜਦੋਂ ਉਹ ਧਿਆਨ ਹਿਰਦੇ ਵਿੱਚ ਜਾਂਦਾ ਹੈ ਤੇ ਮਨ ਹਿਰਦੇ ਦਾ ਰੂਪ ਧਾਰਨ ਕਰ ਜਾਂਦਾ ਹੈ। ਇੱਥੇ ਗੁਰੂ ਸਾਹਿਬ ਜਿਹਨੂੰ ਉਰ ਕਹਿ ਰਹੇ ਨੇ, ਉਰ ਦੇ ਅਰਥ ਨੇ ਹਿਰਦਿਆ। ਹਿਰਦਿਆ ਦੇ ਅਰਥ ਨੇ ਪਿਆਰ ਵਾਲੀ ਥਾਂ ਸਰੀਰ ਦੇ ਵਿੱਚ। ਜਿਵੇਂ ਜਦੋਂ ਪਿਆਰ ਆਵੇਗਾ, ਮਨੁੱਖ ਕਿੱਥੇ ਹਰਕਤ ਹੋਵੇਗੀ ਉਹਨੂੰ ਸਰੀਰ ਵਿੱਚ? ਪਿਆਰ ਦਾ ਕੇਂਦਰ ਕੀ ਹੈ? ਪ੍ਰੇਮ ਦਾ ਕੀ ਕੇਂਦਰ ਹੈ ਸਾਡੇ ਸਰੀਰ ਵਿੱਚ? ਗੁਰਬਾਣੀ ਵਿੱਚ ਵਾਰ-ਵਾਰ ਕਿਹਾ ਗਿਆ, ਹਿਰਦੈ ਨਾਮ ਵਸਾਇਓ। ਕਿਹੜੀ ਥਾਂ ਹੈ? ਪ੍ਰੇਮ ਦਾ ਕੇਂਦਰ ਮਨੁੱਖ ਦਾ ਹਿਰਦਾ ਹੈ। ਤੇ ਤੁਸੀਂ ਪੁਰਾਣੇ ਸਮੇਂ ਵਿੱਚ ਵੇਖਿਆ ਹੋਵੇਗਾ, ਹੁਣ ਤਾਂ ਇਹ ਨਹੀਂ ਰਿਹਾ। ਪੁਰਾਣੇ ਸਮੇਂ ਵਿੱਚ ਦੋ ਮਿੱਤਰ ਆਪਸ ਵਿੱਚ ਜਦੋਂ ਮਿਲਦੇ ਸਨ ਨਾ ਬੜੀ ਦੂਰੋਂ, ਤਾਂ ਉਦੋਂ ਕੀ ਕਰਦੇ ਸਨ? ਇੱਕ ਦੂਜੇ ਨੂੰ ਹੱਥ ਮਿਲਾਉਂਦੇ ਸਨ ਤੇ ਹੱਥ ਮਿਲਾ ਕੇ ਆਪੋ ਆਪਣਾ ਹੱਥ ਆਪਣੀ ਛਾਤੀ ਨੂੰ ਲਾਉਂਦੇ ਸਨ। ਉਹਦਾ ਕਾਰਨ ਸੀ ਵੀ ਛਾਤੀ ਵਿੱਚ ਹਿਰਦਾ, ਉੱਥੇ ਉਹਦਾ ਕੇਂਦਰ ਹੁੰਦਾ ਹੈ। ਪ੍ਰੇਮ ਉੱਥੇ ਰਹਿੰਦਾ ਛਾਤੀ। ਜਦੋਂ ਕਿਸੇ ਨੂੰ ਪ੍ਰੇਮ ਜਾਗੇ, ਇੱਕ ਮਾਂ ਨੂੰ ਜਦੋਂ ਪ੍ਰੇਮ ਜਾਗਦਾ ਹੈ ਨਾ, ਉਹ ਆਪਣੇ ਬੱਚੇ ਨੂੰ ਕਿੱਥੇ ਲਾਉਂਦੀ? ਹੱਥ ਨਾਲ, ਪੈਰ ਨਾਲ ਲਾਉਂਦੀ ਜਾਂ ਸਿਰ ਨਾਲ? ਉਹਦਾ ਸਿਰ ਛਾਤੀ ਨਾਲ ਲਾਏਗੀ, ਕਿਉਂਕਿ ਉਹਦਾ ਕੇਂਦਰ ਪ੍ਰੇਮ ਦਾ ਉਹਦੇ ਵਿੱਚ ਹੈ। ਇਸ ਕਰਕੇ ਉਹ ਹੀ ਹਿਰਦਾ ਹੈ। ਹਿਰਦਾ ਧਰਮੀ ਬੰਦੇ ਦਾ ਕੰਮ ਨਾ ਕਰੇ, ਉਹ ਧਰਮ ਦੇ ਜਗਤ ਵਿੱਚ ਸਫਰ ਨਹੀਂ ਕਰ ਸਕੇਗਾ, ਸੋਚਦਾ ਰਹੇਗਾ। ਬੜੇ ਲੋਕ ਮਾਈਂਡ ਵਿੱਚ ਧਰਮ ਨੂੰ ਕਮਾਉਂਦੇ ਰਹਿੰਦੇ ਨੇ। ਬੜੇ ਲੋਕ ਸੋਚ ਮੰਡਲ ਵਿੱਚ, ਇੱਥੇ ਹੀ ਬਸ ਵਿਚਾਰਿਆਂ ਦੇ ਬਹੁਤ ਤਰਸ ਆਉਂਦਾ ਹੈ ਵੀ ਕਈ ਵੱਟ ਪਏ ਹੋਏ ਮੱਥੇ ਤੇ ਸੋਚ ਕੇ ਚੀਜ਼ਾਂ, ਉੱਥੇ ਫਸ ਜਾਂਦੇ। ਥੋੜ੍ਹਾ ਜਿਹਾ ਸੋਚਣਾ ਸੀ, ਕਿਉਂਕਿ ਜਿਹੜਾ ਮਾਈਂਡ ਹੈ ਨਾ, ਮਨ ਜਿਹੜਾ ਉਹ ਦੁਆਰ ਹੈ ਹਿਰਦੇ ਤੱਕ ਜਾਣ ਦਾ। ਜਾਣਾ ਉੱਥੋਂ ਹੀ ਹੈ, ਹੋਰ ਕੋਈ ਰਸਤਾ ਨਹੀਂ, ਹੋਰ ਕੋਈ ਰਸਤਾ ਨਹੀਂ। ਮਾਈਂਡ ਦੇ ਰਾਹੀਂ ਆਦਮੀ ਹਿਰਦੇ ਵਿੱਚ ਜਾਏਗਾ, ਪਰ ਜੇ ਉੱਥੇ ਹੀ ਬੈਠ ਗਿਆ ਤੇ ਉਹ ਪੂਰੇ ਥਾਂ ਤੇ ਨਹੀਂ ਪਹੁੰਚਦਾ, ਰਾਹ ਵਿੱਚ ਰੁਕ ਗਿਆ। ਤਾਂ ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਕਈ ਥਾਵਾਂ ਤੇ ਬਚਨ ਕੀਤੇ, ਤਾਂ ਇੱਥੇ ਕਹਿ ਰਹੇ ਨੇ ਅਪਰਸ ਕੌਣ ਹੈ? ਉਰ ਧਾਰੈ। ਉਰ ਦਾ ਅਰਥ ਹੈ ਹਿਰਦਾ। ਜਿਹੜਾ ਮਨੁੱਖ ਪ੍ਰੇਮ ਨਾਲ ਨਾਮ ਜਪਦਾ ਹੈ,
ਉਹਦੇ ਹਿਰਦੇ ਵਿੱਚ ਨਾਮ ਚਲਾ ਜਾਂਦਾ ਹੈ। ਉਰ ਧਾਰੈ ਜੋ ਅੰਤਰ ਨਾਮ, ਇਹ ਤੇ ਉਹਦੇ ਅੰਦਰ ਦੀ ਦਸ਼ਾ ਹੈ। ਤੇ ਜਦੋਂ ਉਹ ਬਾਹਰ ਵੇਖੇ, ਬਾਹਰ ਕੀ ਕਰਦਾ ਹੈ? ਸਭ ਕਹਿੰਦੇ ਸਰਬ ਮੈਂ ਪੇਖੈ ਭਗਵਾਨ। ਜਿੱਧਰ ਵੇਖਦਾ ਉੱਥੇ ਪਰਮਾਤਮਾ ਦੇ ਦੀਦਾਰ ਕਰਦਾ ਹੈ। ਉਹਦੀ ਜੋਤ ਉਹਨੂੰ ਪਤਾ ਲੱਗ ਜਾਂਦਾ ਕਿ ਸਰੀਰ ਕੌਣ ਚਲਾ ਰਿਹਾ, ਇਹਦੇ ਵਿੱਚ ਕੌਣ ਵਰਤ ਰਿਹਾ। ਸਰਬ ਮੈਂ ਪੇਖੈ ਭਗਵਾਨ। ਫਿਰ ਉਹਦੀ ਜ਼ਿੰਦਗੀ ਦਾ ਇੱਕ ਹੋਰ ਸਤਿਗੁਰੂ ਇੱਕ ਉਹਦੀ ਅਵਸਥਾ ਦੱਸ ਰਹੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨਿਮਖ ਨਿਮਖ ਠਾਕੁਰ ਨਮਸਕਾਰੈ। ਹੁਣ ਕਈ ਜਿਹੜੇ ਨੇ ਗੁਰਮੁਖ ਇੱਥੋਂ ਤੱਕ ਸੀਮਤ ਰਹਿੰਦੇ ਵੀ ਉਹ ਅੰਦਰ ਨਾਮ ਵਸਾ ਲੈਂਦੇ ਨੇ, ਬਾਹਰ ਰੱਬ ਨੂੰ ਵੇਖ ਲੈਂਦੇ ਨੇ। ਬਸ ਉਹ ਆਪਣੇ ਆਪ ਵਿੱਚ ਮੌਜ ਕਰੀ ਜਾਂਦੇ ਨੇ। ਪਰ ਜੇ ਕਿਸੇ ਨੇ ਦੂਜਿਆਂ ਨੂੰ ਵੀ ਜੋੜਨਾ ਹੈ ਨਾ, ਉਹਦੇ ਵਾਸਤੇ ਅਗਲੀ ਦਸ਼ਾ ਕਹੀ। ਉਹ ਕਿਹੜੀ? ਜਿਹਨੂੰ ਸਾਹਿਬ ਕਹਿੰਦੇ ਨਿਮਖ ਨਿਮਖ ਠਾਕੁਰ ਨਮਸਕਾਰੈ। ਨਿਮਖ ਕਹਿੰਦੇ ਨੇ ਅੱਖ ਬੰਦ ਕਰਨਾ ਤੇ ਖੋਲ੍ਹਣ ਦਾ ਸਮਾਂ, ਇਹਨੂੰ ਨਿਮਖ ਕਹਿੰਦੇ। ਉਹ ਇੱਕ ਇੱਕ ਪਲ ਬਾਅਦ ਨਮਸਕਾਰ ਕਰਦੇ ਰਹਿੰਦੇ ਨੇ। ਨਮਸਕਾਰ ਸ਼ਬਦ ਬੜੀ ਵਾਰੀ ਬਾਣੀ ਵਿੱਚ ਆਏਗਾ। ਨਮਸਕਾਰ ਕੀ ਹੈ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਿੱਖ ਨੂੰ ਨਮਸਕਾਰ ਕਰਨ ਦੀ ਜਾਚ ਦੱਸਦੇ ਨੇ, ਕਿਵੇਂ ਕਰਨਾ ਹੈ। ਵਾਰ-ਵਾਰ ਨਮਸਕਾਰ, ਵਾਰ-ਵਾਰ ਨਮਸਕਾਰ, ਇੱਕ ਵਾਰ ਨਹੀਂ। ਇਹਨੂੰ ਸਾਹਿਬ ਕਹਿੰਦੇ ਡੰਡੌਤ ਬੰਦਨ ਅਨੇਕ ਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਵਾਰ-ਵਾਰ ਜਾਪ ਸਾਹਿਬ ਦੇ ਵਿੱਚ ਨਮਸਕਾਰ 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 ਕਹੀ ਜਾਂਦੀ ਹੈ। ਉਹ ਮਨੁੱਖ ਕਿਵੇਂ ਦਾ? ਸੱਚੇ ਪਾਤਸ਼ਾਹ ਜੀ ਕਹਿੰਦੇ ਨਿਮਖ ਨਿਮਖ ਠਾਕੁਰ ਨਮਸਕਾਰੈ। ਨਾਨਕ ਉਹ ਅਪਰਸ ਸਗਲ ਨਿਸਤਾਰੈ। ਉਹ ਅਪਰਸ ਹੈ, ਉਹਨੂੰ ਸੰਸਾਰ ਨਹੀਂ ਛੂੰਹਦਾ। ਫਿਰ ਉਹ ਦੂਜਿਆਂ ਨੂੰ ਵੀ ਉੱਚਾ ਚੁੱਕ ਲੈਂਦਾ ਹੈ, ਦੂਜਿਆਂ ਦਾ ਵੀ ਨਿਸਤਾਰਾ ਕਰ ਦਿੰਦਾ। ਅੱਗੇ ਸਾਰੀ ਅਸ਼ਟਪਦੀ ਵਿੱਚ ਉਹਦੇ ਗੁਣ, ਉਹਦਾ ਜੀਵਨ ਗੁਰੂ ਅਰਜਨ ਦੇਵ ਜੀ ਦਰਸਾਉਣਗੇ ਕਿ ਅਪਰਸ ਕੌਣ ਹੈ। ਹਜ਼ੂਰ ਕਹਿੰਦੇ ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ। ਉਹਦੀ ਰਸਨਾ ਤੇ ਝੂਠ ਕਦੀ ਨਹੀਂ। ਇਹ ਝੂਠ ਨੂੰ ਮਿਟਾਉਣਾ ਬਹੁਤ ਔਖਾ ਹੈ। ਅਣਜਾਣ ਪੁਣੇ ਵਿੱਚ ਨਿਰੰਤਰ ਆਦਮੀ ਝੂਠ ਬੋਲੀ ਜਾਂਦਾ ਹੈ। ਝੂਠ ਦਾ ਕੀ ਅਰਥ ਹੈ? ਹਰ ਇੱਕ ਗੱਲ ਨੂੰ ਬਦਲ ਕੇ ਕਰਨਾ। ਬਸ ਇੱਥੋਂ ਤੇ ਆ ਕੇ ਸਾਡਾ ਨਾਤਾ ਧਰਮ ਨਾਲ ਟੁੱਟ ਜਾਂਦਾ। ਬਾਕੀ ਨਿਭਾ ਦਿਆਂਗੇ, ਜਪ ਤਪ ਪੂਰਾ ਠੀਕ ਠੀਕ ਕਰ ਦਿਆਂਗੇ। ਜਿੰਨੇ ਵਜੇ ਕਵੇ ਗੁਰੂ ਸਵੇਰੇ ਉੱਠ ਵੀ ਪਾਵਾਂਗੇ। ਉਹ ਕੰਮ ਕਰਨੇ ਔਖੇ ਵੀ ਨੇ ਤੇ ਪਰ ਉਹ ਬਾਹਰੀ ਨੇ, ਕਰ ਸਕਨੇ ਆ। ਸਵੇਰੇ ਉੱਠਾਂਗੇ, ਬਿਲਕੁਲ ਮਿਣ ਤੋਲ ਕੇ ਸਾਰਾ ਕੁਝ ਕਰ ਦਿਆਂਗੇ। ਖਾਣਾ ਪੀਣਾ ਵੀ ਉਹਦੇ ਅਨੁਸਾਰ ਕਰ ਦਿਆਂਗੇ। ਸਭ ਕੁਝ ਠੀਕ ਠਾਕ, ਕਿਰਿਆ ਸਾਰੀ ਠੀਕ ਹੋ ਜਾਏਗੀ। ਪਰ ਜਿੱਥੇ ਜਾ ਕੇ ਭਾਵਨਾ ਦੀ ਗੱਲ ਆਉਂਦੀ ਹੈ ਨਾ, ਉਸ ਥਾਂ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਕੋਈ ਮਨੁੱਖ ਕਿਸੇ ਸਵਾਰਥ ਹਿੱਤ ਆਪਣੇ ਅਵਗੁਣ ਨੂੰ ਲੁਕਾਉਣ ਵਾਸਤੇ ਹਰ ਇੱਕ ਗੱਲ ਨੂੰ ਤਬਦੀਲ ਕਰ ਦਿੰਦਾ ਹੈ, ਤਾਂ ਉਹਦੇ ਨਾਤੇ ਰਿਸ਼ਤੇ ਸ਼ਬਦ ਨਾਲੋਂ ਟੁੱਟਣੇ ਸ਼ੁਰੂ ਹੋ ਜਾਂਦੇ ਨੇ। ਫਿਰ ਸਾਂਝ ਨਹੀਂ ਬਣਦੀ। ਸਾਨੂੰ ਗੱਲ ਸਪਸ਼ਟ ਹੈ, ਅਸੀਂ ਐਵੇਂ ਕਹਿੰਦੇ ਹਾਂ ਪਤਾ ਨਹੀਂ ਜੁਗਤ ਹੱਥ ਵਿੱਚ ਨਹੀਂ ਆ ਰਹੀ, ਸੋਚਦੇ ਰਹਿੰਦੇ। ਸਾਨੂੰ ਪਤਾ ਹੈ ਕਿਹੜੀ ਥਾਂ ਤੇ ਸਾਡਾ ਕਨੈਕਸ਼ਨ ਟੁੱਟਦਾ ਹੈ। ਸਾਨੂੰ ਪੂਰੀ ਸਮਝ ਹੈ ਕਿ ਅੱਜ ਦਿਨੇ ਅਸੀਂ ਕੀ ਕੀਤਾ ਜਿਸ ਕਰਕੇ ਸ਼ਾਮ ਨੂੰ ਸਾਡਾ ਮਨ ਗੁਰਬਾਣੀ ਵਿੱਚ ਨਹੀਂ ਟਿਕਿਆ। ਪਰ ਉਹ ਚੀਜ਼ਾਂ ਅੰਦਰਲੀਆਂ ਨੇ, ਉਹਨਾਂ ਤੇ ਪਰਦਾ ਪਾਇਆ ਜਾ ਸਕਦਾ, ਉਹਨਾਂ ਨੂੰ ਲੁਕੋ ਸਕਦੇ। ਔਰ ਜਿੰਨਾ ਚਿਰ ਅੰਦਰ ਦਾ ਝੂਠ ਜਿਹੜਾ ਹੈ, ਜਿਵੇਂ ਦੀ ਗੱਲ ਹੋਣੀ, 1 ਮਹੀਨਾ ਅਸੀਂ ਕਰਕੇ ਵੇਖ ਲਈਏ, ਜੇ ਸਾਰੀ ਉਮਰ ਨਹੀਂ ਛੁੱਟਦਾ। ਅਸੀਂ ਕਹਿੰਦੇ ਹਾਂ ਮਨ ਨਹੀਂ ਟਿਕਦਾ। 1 ਮਹੀਨਾ ਝੂਠ ਛੱਡ ਕੇ ਵੇਖ ਲਈਏ। ਦੂਸਰੀ ਗੱਲ ਅਸੀਂ ਕਹਿੰਦੇ ਹਾਂ ਝੂਠ ਛੱਡਿਆ ਕੰਮ ਨਹੀਂ ਚੱਲਦਾ। ਪਰ ਸਾਧ ਸੰਗਤ, ਝੂਠ ਬੋਲਿਆ ਕਿਹੜਾ ਕੰਮ ਚੱਲਦਾ ਪਿਆ? ਤੁਸੀਂ ਵੇਖ ਹੀ ਰਹੇ ਹੋ ਸੰਸਾਰ ਦੀ ਹਾਲਾਤ। ਜੇ ਝੂਠ ਨੂੰ ਛੱਡਿਆ ਨਹੀਂ ਕੰਮ ਚੱਲਦਾ, ਝੂਠ ਬੋਲਿਆ ਕਿਹੜਾ ਚੱਲ ਰਿਹਾ? ਕਿੰਨਾ ਕੁ ਚੱਲਦਾ? ਬਸ ਜਿਹਦੇ ਉੱਤੇ ਪੜਦਾ ਪਿਆ ਉਹ ਹੀ ਲੱਗਦਾ ਠੀਕ। ਥੋੜਾ ਜਿਹਾ ਕੱਪੜਾ ਚੁੱਕੋ, ਸਭ ਅੰਦਰ ਬਲ ਰਿਹਾ। ਕਿਉਂ ਹੈ?
ਅਸੀਂ ਕਹਿੰਦੇ ਹਾਂ ਝੂਠ ਨਾਲ ਅਸੀਂ ਪਦਾਰਥਵਾਦੀ ਹੋ ਜਾਾਂਗੇ, ਵੱਡੇ ਹੋ ਜਾਾਂਗੇ, ਕੰਮ ਨਹੀਂ ਚੱਲਦਾ ਕਹਿੰਦੇ। ਪਰ ਬੋਲਣ ਨਾਲ ਵੀ ਕੰਮ ਨਹੀਂ ਚੱਲ ਰਿਹਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਉਹਦੀ ਸਭ ਤੋਂ ਪਹਿਲੀ ਨਿਸ਼ਾਨੀ ਹੈ ਮਿਥਿਆ। ਮਿਥਿਆ ਦੇ ਅਰਥ ਨੇ ਝੂਠ। ਉਹਦੀ ਰਸਨਾ ਤੇ ਕਦੀ ਝੂਠ ਨਹੀਂ ਆਉਂਦਾ। ਔਰ ਉਹਦੇ ਮਨ ਵਿੱਚ ਜਿਹੜੀ ਪ੍ਰੀਤ ਹੈ ਨਿਰੰਜਨ, ਕਾਲਖ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਕਰਨ ਵਾਸਤੇ ਉਹਦੇ ਮਨ ਵਿੱਚ ਇੱਕ ਪ੍ਰੀਤ, ਪਿਆਰ, ਪ੍ਰੇਮ ਜਾਗਿਆ ਰਹਿੰਦਾ ਦਿਨ ਰਾਤ। ਉਹਦੇ ਵਾਸਤੇ ਖਿੱਚ ਬਣੀ ਰਹਿੰਦੀ ਹੈ। ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਇਹ ਵੀ ਉਹਦੇ ਵਿੱਚ ਇੱਕ ਬਹੁਤ ਵੱਡਾ ਗੁਣ ਹੈ। ਤ੍ਰਿਆ ਦੇ ਅਰਥ ਨੇ ਇਸਤਰੀ, ਪਰ ਦੇ ਅਰਥ ਨੇ ਦੂਸਰੀ। ਨਾ ਪੇਖੈ ਨੇਤਰ, ਇਹ ਨਾ ਅੱਖਾਂ ਨਾਲ ਨਹੀਂ ਵੇਖਦਾ। ਇਹਦਾ ਭਾਵ ਹੈ ਕਿ ਉਹ ਪਰ ਤਨ ਨੂੰ ਮੈਲੀ ਨਜ਼ਰ ਨਾਲ ਨਹੀਂ ਦੇਖਦਾ। ਇਹ ਉਹਦੇ ਵਿੱਚ ਬਹੁਤ ਵੱਡਾ ਗੁਣ ਹੈ, ਉਹਦੇ ਵਿੱਚ ਬੜੀ ਵੱਡੀ ਬਖਸ਼ਿਸ਼ ਹੈ। ਔਰ ਕਹਿੰਦੇ ਸਾਧ ਕੀ ਟਹਿਲ ਸੰਤ ਸੰਗ ਹੇਤ। ਸਾਧ ਕੀ ਟਹਿਲ, ਸਾਧ ਸੰਗਤ ਦੀ ਸੇਵਾ ਕਰਦਾ ਹੈ ਤੇ ਗੁਰੂ ਨਾਲ ਪਿਆਰ ਕਰਦਾ ਹੈ, ਗੁਰਮੁਖਾਂ ਨਾਲ ਪਿਆਰ ਕਰਦਾ ਹੈ। ਇਹ ਉਹਦਾ ਜੀਵਨ ਹੈ ਕਿ ਉਹ ਸਾਧੂਆਂ ਦੀ ਸੇਵਾ ਕਰਦਾ, ਸਾਧ ਸੰਗਤ ਦੀ ਹਰ ਪ੍ਰਕਾਰ ਨਾਲ ਸੇਵਾ ਕਰਦਾ ਹੈ, ਗੁਰੂ ਨਾਲ ਪ੍ਰੇਮ ਕਰਦਾ ਹੈ। ਸਭ ਕਹਿੰਦੇ ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਜਿੱਥੇ ਕਿਸੇ ਦੀ ਨਿੰਦਿਆ ਹੁੰਦੀ ਹੋਵੇ ਉੱਥੋਂ ਆਪਣੇ ਆਪ ਨੂੰ ਪਾਸੇ ਕਰ ਲੈਂਦਾ, ਵੱਖਰਾ ਕਰ ਲੈਂਦਾ। ਆਪਣੇ ਕੰਨਾਂ ਦੀ ਵਰਤੋਂ ਉਹ ਕਿਸੇ ਦੀ ਬੁਰਾਈ ਸੁਣਨ ਵਾਸਤੇ ਨਹੀਂ ਕਰਦਾ। ਇਹਦੇ ਵਿੱਚੋਂ ਰਸ ਨਹੀਂ ਲੈਂਦਾ, ਇਹਦੇ ਵਿੱਚੋਂ ਸਵਾਦ ਨਹੀਂ ਲੈਂਦਾ। ਜੇ ਕਿਸੇ ਥਾਂ ਤੇ ਨਿੰਦਿਆ ਹੋਵੇ ਵੀ ਤਾਂ ਆਪਣੇ ਕੰਨ ਬੰਦ ਕਰ ਲੈਂਦਾ, ਯਾਨੀ ਕਿ ਧਿਆਨ ਨੂੰ ਹਟਾ ਲੈਂਦਾ ਹੈ। ਇਹ ਹਨ ਨਿਸ਼ਾਨੀਆਂ। ਹੁਣ ਅਸੀਂ ਕਈ ਵਾਰੀ ਬਹੁਤ ਸਾਰੇ ਸਵਾਲ ਕਰਨੇ ਆ। ਮੈਂ ਸਮਝਣਾ ਇੱਕ ਸਵਾਲ ਸਾਡਾ ਸਭ ਤੋਂ ਵੱਡਾ ਹੈ ਕਿ ਸਾਡਾ ਮਨ ਨਹੀਂ ਜੁੜਦਾ ਗੁਰਬਾਣੀ ਨਾਲ। ਪਰ ਆਹ ਜਿਹੜੀਆਂ ਅਸ਼ਟਪਦੀਆਂ ਨਾ ਸਾਰੀਆਂ, ਇਹਦੇ ਵਿੱਚ ਗੁਰੂ ਸਾਹਿਬ ਨੇ ਤਸਵੀਰ ਸਾਫ਼ ਕਰ ਦਿੱਤੀ ਹੈ ਵੀ ਮਨ ਕਿਹਦਾ ਜੁੜਨਾ। ਜਦੋਂ ਆ ਕਰਾਂਗੇ ਮਨ ਜੁੜ ਜਾਏਗਾ। ਉਹਦੇ ਤੋਂ ਪਹਿਲਾਂ ਕੋਈ ਬੰਦਾ ਲੱਖ ਸਿਰ ਤੇ ਹੱਥ ਰੱਖੇ, ਮਨ ਕੋਈ ਨਹੀਂ ਜੁੜਨਾ। ਖਿਆਲ ਰੱਖਣਾ। ਇਹਨਾਂ ਕੰਮਾਂ ਦੇ ਵਿੱਚੋਂ ਜਦੋਂ ਨਿਕਲਾਂਗੇ, ਜੋ ਇਹ ਵਰਤ ਜਾਏਗਾ ਜੀਵਨ ਵਿੱਚ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਦੀ ਨਿੰਦਿਆ ਸੁਣ ਕੇ ਉਹਦੇ ਵਿੱਚੋਂ ਸਵਾਦ ਨਾ ਲੈਣਾ। ਆਪਾਂ ਵਿਚਰਨੇ ਆ ਸੰਸਾਰ ਵਿੱਚ, ਲੋਕਾਂ ਵਿੱਚ, ਗੱਲਬਾਤ ਤੇ ਸਾਨੂੰ ਸੁਣਨੀ ਪੈਂਦੀ, ਕਦੀ ਕਿਸੇ ਦੀ ਗੱਲ ਸੁਣਨੀ ਪੈਂਦੀ। ਪਰ ਜਦੋਂ ਅਸੀਂ ਉਹਦੇ ਵਿੱਚੋਂ ਰਸ ਲੈਣ ਲੱਗ ਪੈਂਦੇ ਹਾਂ, ਸਵਾਦ ਲੈਣ ਲੱਗ ਪੈਂਦੇ ਹਾਂ, ਉਸ ਵੇਲੇ ਸਾਧ ਸੰਗਤ ਜੀ ਸਾਡੇ ਅੰਦਰਲਾ ਰਸ ਟੁੱਟਣ ਲੱਗ ਪੈਂਦਾ। ਇਸ ਕਰਕੇ ਕਹਿੰਦੇ ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਹਜ਼ੂਰ ਕਹਿੰਦੇ ਸਭ ਤੇ ਜਾਣੈ ਆਪਸ ਕੋ ਮੰਦਾ। ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ, ਗੁਣਹੀਣ, ਉਹਦੇ ਮਨ ਵਿੱਚ ਕਦੀ ਖਿਆਲ ਨਹੀਂ ਆਉਂਦਾ ਆਪਣੇ ਉੱਚੇਪਣ ਦਾ, ਵੱਖਰੇਪਣ ਦਾ। ਨਹੀਂ ਤੇ ਤੁਸੀਂ ਵੇਖੋਗੇ ਸਾਡੀ ਹਰ ਇੱਕ ਭਾਸ਼ਾ, ਤੁਸੀਂ ਕਿਸੇ ਬੰਦੇ ਨੂੰ ਕਹੋ ਵੀ ਤੂੰ ਇਸ ਥਾਂ ਤੇ ਕੰਮ ਗਲਤ ਕੀਤਾ ਹੈ, ਉਹ ਕਹੇਗਾ ਜੀ ਨਹੀਂ, ਉਹ ਤੇ ਆਪੇ ਹੀ ਹੋ ਗਿਆ ਸੀ, ਮੈਂ ਉੱਥੇ ਹੈ ਨਹੀਂ ਸੀ। ਹਰ ਪਾਸਿਓਂ ਨਿਕਲਣ ਦਾ ਯਤਨ ਕਰੇਗਾ। ਇਹ ਬਰੀਕ ਅੰਦਰ ਦੀਆਂ ਧਾਰਨਾਵਾਂ ਨੇ ਜਿਹੜੀਆਂ ਸਾਡੇ ਮਨ ਦੇ ਵਿੱਚ ਕਦੀ ਵੀ ਆਪਣੇ ਆਪ ਨੂੰ ਨੀਵਾਂ ਹੋਣ ਨਹੀਂ ਦਿੰਦੀਆਂ, ਆਪਣੇ ਆਪ ਨੂੰ ਸਿੱਧ ਕਰਦੀਆਂ ਨੇ ਕਿ ਮੈਂ ਸਚਿਆਰ ਹਾਂ, ਮੈਂ ਬਿਲਕੁਲ ਠੀਕ। ਤਾਂ ਇਹ ਕਾਰਨ ਹੈ ਕਿ ਸਾਡੇ ਵਿੱਚ ਉਹ ਚੀਜ਼ਾਂ ਨਹੀਂ ਟਿਕਦੀਆਂ ਜਿਹੜੀਆਂ ਗੁਰੂ ਸਾਹਿਬ ਟਿਕਾਉਣਾ ਚਾਹੁੰਦੇ ਨੇ। ਔਰ ਇਹਦੇ ਵਾਸਤੇ ਜਿਹੜਾ ਗੁਰਮੁਖ ਹੈ ਉਹ ਕਦੀ ਆਪਣਾ ਸਮਾਂ ਨਹੀਂ ਬਰਬਾਦ ਕਰਦਾ, ਉਹ ਕਦੀ ਸਿੱਧ ਨਹੀਂ ਕਰਨ। ਸਾਰੀ ਉਮਰ ਅਸੀਂ ਜ਼ੋਰ ਲਾ ਦਿੰਦੇ ਆਪਣੇ ਆਪ ਨੂੰ ਠੀਕ ਸਿੱਧ ਕਰਨ ਵਾਸਤੇ, ਪਰ ਉਹ ਕਦੀ ਆਪਣੇ ਆਪ ਨੂੰ ਠੀਕ ਸਿੱਧ ਨਹੀਂ ਕਰਦਾ। ਭਾਵੇਂ ਉਹਨੂੰ ਕਈ ਥਾਵਾਂ ਤੇ ਵੀ ਪਤਾ ਹੋਵੇ ਕਿ ਮੈਂ ਬਿਲਕੁਲ ਠੀਕ ਹਾਂ, ਪਰ ਉਹ 15-20 ਮਿੰਟ ਆਪਣੇ ਆਪ ਨੂੰ ਸੱਚਾ ਸਿੱਧ ਕਰਨ ਵਾਸਤੇ, ਠੀਕ ਸਿੱਧ ਕਰਨ ਵਾਸਤੇ ਕਦੀ ਜ਼ੋਰ ਨਹੀਂ ਲਾਉਂਦਾ, ਕਿਉਂਕਿ ਉਹਨੂੰ ਪਤਾ ਹੈ ਵੀ ਇਸ ਥਾਂ ਤੇ ਸੱਚੇ ਤੇ ਝੂਠੇ ਨੂੰ ਸਿੱਧ ਕਰਨਾ ਕੋਈ ਅਰਥ ਨਹੀਂ ਰੱਖਦਾ। ਅਸਲ ਵਿੱਚ ਜਿਵੇਂ ਦਾ ਜੀਵਨ ਹੈ ਉਹ ਉਸੇ ਤਰ੍ਹਾਂ ਦਾ ਪਰਮਾਤਮਾ ਦੇ ਦਰ ਦੇ ਅੱਗੇ ਪ੍ਰਗਟ ਹੋ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰੂ ਸਮਝਾ ਰਹੇ ਨੇ ਕਿ ਸਭ ਤੇ ਜਾਣੈ ਆਪਸ ਕੋ ਮੰਦਾ। ਹਜ਼ੂਰ ਕਹਿੰਦੇ ਗੁਰ ਪ੍ਰਸਾਦ ਵਿਖਿਆ ਪਰ ਹਰੈ। ਵਿਖਿਆ ਦੇ ਅਰਥ ਨੇ ਜ਼ਹਿਰ। ਮਨ ਦੇ ਉੱਤੇ ਲਗਾਤਾਰ ਨਿਰੰਤਰ ਜੋ ਵਿਕਾਰਾਂ ਦੀ ਜ਼ਹਿਰ ਹੈ ਉਹਨੂੰ ਪਰ ਹਰੈ। ਗੁਰ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਮਨ ਦੇ ਉੱਤੋਂ ਵਿਕਾਰਾਂ ਦੀ ਜ਼ਹਿਰ ਨੂੰ
ਉਹ ਲਾ ਦਿੰਦਾ ਹੈ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਹਜ਼ੂਰ ਕਹਿੰਦੇ ਮਨ ਕੀ ਬਾਸ਼ਨਾ ਮਨ ਤੇ ਟਰੈ। ਮਨ ਦੇ ਵਿੱਚ ਇੱਕ ਵਾਸ਼ਨਾ, ਇੱਕ ਇੱਛਾ ਦਿਨ ਰਾਤ ਚੱਲਦੀ ਰਹਿੰਦੀ। ਭਾਵੇਂ ਅਸੀਂ ਕੁਝ ਨਾਮ ਹੀ ਚਾਹੀਏ, ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਇੱਛਾਵਾਂ ਚੱਲਦੀਆਂ ਰਹਿੰਦੀਆਂ ਨੇ। ਪਰ ਜਿਹੜਾ ਗੁਰਮੁਖ ਨਾਮ ਨਾਲ ਜੁੜ ਜਾਂਦਾ, ਕਹਿੰਦੇ ਉਹਦੀ ਵਾਸ਼ਨਾ, ਉਹਦੀ ਇੱਛਾ ਮਨ ਤੋਂ ਟਲ ਜਾਂਦੀ, ਭਾਵ ਨਾਮ ਦਾ ਰੂਪ ਧਾਰਨ ਕਰ ਜਾਂਦੀ ਹੈ। ਹਜ਼ੂਰ ਕਹਿੰਦੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ। ਇੰਦਰੀਆਂ ਸਾਰੀਆਂ ਨੂੰ ਜਿੱਤਣਾ। ਹੁਣ ਇਹ ਮਾਰਗ ਜਿਹੜਾ ਸਾਧ ਸੰਗਤ ਗੁਰਸਿੱਖੀ ਦਾ, ਵੈਸੇ ਦੋ ਤਰ੍ਹਾਂ ਦੇ ਹਰ ਇੱਕ ਧਰਮ ਦੇ ਵਿੱਚ ਲੋਕ ਹੁੰਦੇ ਨੇ। ਇੱਕ 100% ਆਪਣੇ ਜੀਵਨ ਨੂੰ ਜਿੱਤ ਲੈਂਦੇ ਨੇ, ਤੇ ਜਿਹੜੇ ਬਹੁ ਗਿਣਤੀ ਵਿੱਚ ਨੇ, ਜਿਨ੍ਹਾਂ ਨੇ ਸੰਸਾਰ ਵਿੱਚ, ਪਰਿਵਾਰ ਵਿੱਚ, ਵਪਾਰ ਵਿੱਚ ਵਿਚਰਨਾ, ਉਹਨਾਂ ਵਾਸਤੇ ਕੀ ਉਪਦੇਸ਼ ਹੈ? ਕਿਉਂਕਿ ਇਹ ਜਿਹੜਾ ਉਪਦੇਸ਼ ਹੈ ਨਾ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਇਹ ਗੁਰੂ ਕੇ ਸਵਾਰਿਓ ਕੁਝ ਵਿਰਲੇ ਲੋਕਾਂ ਦੇ ਕੰਮ ਆਉਂਦਾ। ਸਾਰੇ ਇਸ ਅਵਸਥਾ ਤੱਕ ਨਹੀਂ ਜਾ ਸਕਦੇ, ਕੁਦਰਤ ਦਾ ਨਿਯਮ ਵੀ ਨਹੀਂ ਹੈ। ਇਹ ਥੋੜ੍ਹੇ ਜਿਹੇ ਲੋਕਾਂ ਵਾਸਤੇ, ਚੁਣੇ ਹੋਏ ਲੋਕ ਨੇ, ਕਿਤੇ ਕਿਤੇ ਪੈਦਾ ਹੋ ਜਾਂਦੇ ਜਿਹੜੇ ਬਿਲਕੁਲ ਸੰਸਾਰ ਤੋਂ ਪਾਰ ਨਿਕਲ ਜਾਂਦੇ। ਫਿਰ ਆਮ ਵਿਅਕਤੀ ਕਿਹੜੀ ਦਸ਼ਾ ਵਿੱਚ? ਆਮ ਜਿਹੜਾ ਵਿਅਕਤੀ ਹੈ ਸਾਧ ਸੰਗਤ, ਉਹ ਆਪਣੇ ਜੀਵਨ ਦੇ ਵਿੱਚ ਇਹਨਾਂ ਸ਼ਕਤੀਆਂ ਨੂੰ, ਜਿਹੜੀਆਂ ਵਿਕਾਰਾਂ ਦੀਆਂ ਸ਼ਕਤੀਆਂ ਨੇ, ਇਹਨਾਂ ਨੂੰ ਕੰਟਰੋਲ ਵਿੱਚ ਰੱਖਦਾ। ਗੁਰੂ ਦੀ ਕਿਰਪਾ ਦੁਆਰਾ ਉਹਨਾਂ ਦੀ ਲੋੜ ਅਨੁਸਾਰ ਵਰਤੋਂ ਕਰ ਲੈਂਦਾ ਹੈ, ਜ਼ਰੂਰਤ ਅਨੁਸਾਰ ਵਰਤੋਂ ਕਰ ਲੈਂਦਾ ਹੈ। ਉਹਦੇ ਤੋਂ ਬਾਅਦ ਉਹ ਸੰਸਾਰ ਦੇ ਵਿੱਚ ਵਿਚਰਦਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ। ਜਾਂ ਜਿਵੇਂ ਜਦੋਂ ਆਨੰਦ ਕਾਰਜ ਹੁੰਦਾ ਹੈ, ਉਹਦੇ ਵਿੱਚ ਜਦੋਂ ਲਾਵਾਂ ਪੜ੍ਹੀਆਂ ਜਾਂਦੀਆਂ ਨੇ, ਤਾਂ ਉਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦਿਰੜਾਇਆ ਬਲਰਾਮ ਜੀ। ਪਰਵਿਰਤੀ ਦਾ ਅਰਥ ਹੈ ਸੰਸਾਰ ਦੇ ਵਿੱਚ ਪਰਵਿਰਤ ਹੋਣਾ, ਨਿਰਵਿਰਤੀ ਦਾ ਅਰਥ ਹੈ ਸੰਸਾਰ ਦੇ ਵਿੱਚੋਂ ਨਿਕਲ ਕੇ ਨਿਰੰਕਾਰ ਵਿੱਚ ਜੁੜਨ ਦੀ ਜਾਚ ਆ ਜਾਣੀ, ਕਲਾ ਆ ਜਾਣੀ। ਐਸੇ ਲੋਕ ਇਹ ਸਿੱਖ ਲੈਂਦੇ ਨੇ ਦੋਵੇਂ ਚੀਜ਼ਾਂ। ਸਾਨੂੰ ਇੱਕ ਤਾਂ ਚੀਜ਼ ਸਿੱਖੀ ਜਾਂਦੀ, ਸਾਨੂੰ ਪਰਵਿਰਤੀ ਤੇ ਆ ਜਾਂਦੀ, ਸੰਸਾਰ ਵਿੱਚ ਕਿਵੇਂ ਡਿੱਗਣਾ, ਸੰਸਾਰ ਵੱਲ ਕਿਵੇਂ ਜਾਣਾ। ਉਹ ਦਰਵਾਜ਼ਾ ਤੇ ਅਸੀਂ ਤਕਰੀਬਨ ਉਹਦੇ ਤੇ ਤਾਕ ਵੀ ਲਾ ਦਿੱਤੇ ਨੇ, ਬੰਦ ਉਹਨੂੰ ਕੀ ਕਰਨਾ। ਉਹ ਦਰਵਾਜ਼ਾ ਤੇ ਅਸੀਂ ਖੋਲ੍ਹ ਦਿੱਤਾ ਹੈ ਵੀ ਅਸੀਂ ਕਾਰੋਬਾਰ ਵਿੱਚ ਕਿਵੇਂ ਜੁੜਨਾ ਹੈ, ਪਰਿਵਾਰ ਨਾਲ ਕਿਵੇਂ ਜੁੜਨਾ ਹੈ, ਰਿਸ਼ਤੇਦਾਰਾਂ ਨਾਲ ਕਿਵੇਂ ਜੁੜਨਾ ਹੈ। ਉਹ ਤਾਂ ਜਾਂਚ ਆ ਜਾਂਦੀ, ਔਰ ਉਹਨੂੰ ਅਸੀਂ ਤਰਜੀਹ ਵੀ ਇੱਕ ਨੰਬਰ ਤੇ ਦੇ ਦਿੰਦੇ, ਪਹਿਲੇ ਨੰਬਰ ਤੇ। ਔਰ ਇਹ ਜੀਵਨ ਦਾ ਇੱਕ ਸਿਧਾਂਤ ਹੈ ਬੜਾ ਮੁੱਲਵਾਨ। ਜਿਹੜੀ ਚੀਜ਼ ਨੂੰ ਅਸੀਂ ਅਹਿਮੀਅਤ ਦਿਆਂਗੇ, ਉਹ ਰੰਗ ਦਿਖਾਏਗੀ। ਇਹ ਤੇ ਗੱਲ ਪੱਕੀ ਹੈ ਨਾ। ਤੁਸੀਂ ਦੋ ਬੂਟੇ ਲਾ ਦਿਓ, ਜ਼ਮੀਨ ਦੇ ਵਿੱਚ ਬੀਜ ਦਿਓ, ਬੀਜ ਦੋਵੇਂ ਦਿੱਤੇ, ਬੀਜ ਦੋਵਾਂ ਦਾ ਇੱਕੋ ਜਿਹਾ ਸੀ। ਇੱਕ ਨੂੰ ਪਾਣੀ ਪਾਓ ਪੂਰਾ, ਇੱਕ ਨੂੰ ਕਦੀ ਕਦਾਈ ਪਾ ਦਿਓ। ਇੱਕ ਨੂੰ ਖਾਦ ਪੂਰੀ ਪਾਓ, ਇੱਕ ਨੂੰ ਕਦੀ ਕਦਾਈ ਪਾ ਦਿਓ। ਇੱਕ ਨੂੰ ਮੀਂਹ ਹਨੇਰੀ ਤੋਂ ਵੀ ਬਚਾਓ, ਦੂਜੇ ਨੂੰ ਪੁੱਛੋ ਵੀ ਕਦੀ ਨਾ। ਤੇ ਜਦੋਂ ਜਿਉਂ-ਜਿਉਂ ਸਮਾਂ ਵਧੇਗਾ ਨਾ, ਜਿਹੜਾ ਬੂਟੇ ਦੀ ਅਸੀਂ ਸਮੇਂ ਦੀ ਸੰਭਾਲ ਕੀਤੀ ਹੈ ਤੇ ਉਹਦੇ ਉੱਤੇ ਸਮਾਂ ਲਾਇਆ, ਉਹਦੇ ਪੱਤੇ, ਫੁੱਲ, ਟਹਿਣੀਆਂ, ਸਾਰਾ ਕੁਝ ਪੂਰਾ ਪ੍ਰਫੁੱਲਿਤ ਹੋ ਜਾਏਗਾ। ਪਰ ਜਿਹਨੂੰ ਅਸੀਂ ਵਾਧੂ ਜਿਹਾ ਕਰਕੇ ਰੱਖਿਆ ਵੀ ਜੇ ਟਾਈਮ ਲੱਗਾ ਤੇ ਜਾਵਾਂਗੇ, ਨਹੀਂ ਤੇ ਨਾ ਸਹੀ, ਕੋਈ ਗੱਲ ਨਹੀਂ। ਫਿਰ ਜੇ ਅਸੀਂ ਭਾਲੀਏ ਵੀ ਉਹਨੂੰ ਵੱਡੇ ਅੰਬ ਲੱਗ ਜਾਣ, ਉੱਥੇ ਕੁਝ ਨਹੀਂ ਲੱਗਦਾ ਸਾਧ ਸੰਗਤ, ਉਹਦੇ ਵਾਸਤੇ ਸਮਾਂ ਲਾਉਣਾ ਪੈਂਦਾ। ਅਸੀਂ ਕੀ ਕਰਨੇ ਆ? ਅਸੀਂ ਚਾਹੁੰਦੇ ਹਾਂ, ਸਾਡੀ ਮੰਗ ਇਹ ਹੁੰਦੀ 1-2 ਮਿੰਟਾਂ ਵਿੱਚ ਕੁਝ ਹੋਵੇ, ਕੁਝ ਵਾਪਰੇ ਸਾਡੀ ਜ਼ਿੰਦਗੀ ਵਿੱਚ। ਸੁਣ ਕੇ ਆਉਂਦਾ ਮਨ ਵਿੱਚ, ਚਾਹਤ ਆਉਂਦੀ ਆਦਮੀ ਦੇ ਵੀ ਜਿਹੜੀਆਂ ਦਸ਼ਾ ਗੁਰਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀਆਂ ਨੇ, ਉਹ ਸਾਡੇ ਤੇ ਵਾਪਰਦੀਆਂ ਕਿਉਂ ਨਹੀਂ, ਕੀ ਕਾਰਨ ਨੇ, ਪਤਾ ਨਹੀਂ। ਪੁਰਾਣੇ ਕਰਮ ਸਨ ਪਹਿਲਾਂ ਦੇ, ਬੜੀਆਂ ਲੰਮੀਆਂ ਆਦਮੀ ਗੱਲਾਂ ਸੋਚਦਾ ਹੈ, ਪਰ ਇਹ ਕੁਝ ਵੀ ਨਹੀਂ, ਬਿਲਕੁਲ ਸਾਹਮਣੇ ਦਾ ਸੱਚ ਹੈ। ਹਜ਼ੂਰ ਕਹਿੰਦੇ ਨੇ ਇਹ ਇੱਕ ਸਿਧਾਂਤ ਹੈ ਜਿਹੜਾ ਪੁੱਛਣ ਦੀ ਜ਼ਰੂਰਤ ਨਹੀਂ। ਤੇ ਸਤਿਗੁਰੂ ਨੇ ਸਾਫ਼ ਦੱਸ ਦਿੱਤਾ, ਕਹਿਣ ਲੱਗੇ ਇੱਕ ਭਾਂਡਾ ਰੱਖ ਲਓ ਸਵੇਰੇ ਦਰਵਾਜ਼ੇ ਦੇ ਸਾਹਮਣੇ, ਉਸ ਭਾਂਡੇ ਦੇ ਵਿੱਚ ਇੱਕ ਦਿਨ ਸਾਰਾ ਦਿਨ ਮੈਲਾ ਪਾਣੀ ਪਾਈ ਜਾਓ, ਥੋੜਾ ਥੋੜਾ ਕਰਕੇ। ਕਦੀ ਜੀ ਕੀਤਾ 1 ਗਲਾਸ ਪਾ ਦਿੱਤਾ,
फिर ढक दिता, फिर एक गिलास पा दिता, 20 किलो का भांडा है। ते शाम नूं ਉਹਦੇ ਅੱਗੇ ਬਹਿ ਕੇ ਅਰਦਾਸ ਕਰਨ ਲੱਗ ਪਓ ਵੀ ਇਸ ਭਾਂਡੇ ਵਿੱਚੋਂ ਦੁੱਧ ਨਿਕਲ ਪਵੇ। ਸੱਚੇ ਪਾਤਸ਼ਾਹ ਕਹਿੰਦੇ ਪਾਇਆ ਮੈਲਾ ਪਾਣੀ, ਸਾਰਾ ਦਿਨ ਦੁੱਧ ਕਿੱਥੋਂ ਨਿਕਲੇਗਾ। ਫਿਰ ਆਸ ਕਰਦਾ ਆਦਮੀ, ਉਹਦਾ ਢੱਕਣ ਚੁੱਕ ਕੇ ਵੇਂਦਾ ਵੀ ਦੁੱਧ ਨਹੀਂ ਨਿਕਲਿਆ। ਫਿਰ ਕਹਿੰਦਾ ਕਿਸਮਤ ਬੜੀ ਪੁਰਾਣੀ ਮਾੜੀ ਸੀ। ਸਤਿਗੁਰੂ ਕਹਿੰਦੇ ਦੂਜੇ ਦਿਨ ਤੁਸੀਂ ਉਹਦੇ ਵਿੱਚ ਦੁੱਧ ਪਾਓ, ਉਸ ਭਾਂਡੇ ਵਿੱਚ ਸਾਫ਼ ਕਰਕੇ। ਜਦੋਂ ਦੁੱਧ ਪਾਓਗੇ ਉਸ ਭਾਂਡੇ ਦੇ ਵਿੱਚ, ਤੇ ਭਾਵੇਂ ਫਿਰ ਤੁਸੀਂ ਤੌਖਲਾ ਨਾ ਕਰਨਾ ਵੀ ਸ਼ਾਮ ਨੂੰ ਇਹਦੇ ਵਿੱਚੋਂ ਮੈਲਾ ਪਾਣੀ ਨਿਕਲਣਾ, ਉਹਦੇ ਵਿੱਚੋਂ ਦੁੱਧ ਹੀ ਨਿਕਲੇਗਾ। ਜੀਵਨ ਬਰਤਨ ਹੈ, ਭਾਂਡਾ ਹੈ। ਜੋ ਕੁਝ ਅਸੀਂ ਇਹਦੇ ਵਿੱਚ ਪਾਈ ਜਾਂਦੇ ਹਾਂ ਉਹ ਵਾਪਸ ਆਉਣ ਲੱਗ ਪੈਂਦਾ, ਨਿਕਲਣ ਲੱਗ ਪੈਂਦਾ। ਹੋਰ ਕੁਝ ਵੀ ਨਹੀਂ ਆ ਰਿਹਾ, ਬਾਕੀ ਕੁਝ ਆਉਂਦਾ ਹੀ ਨਹੀਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਵੇਰ ਦੇ ਆਸਾ ਦੀ ਵਾਰ ਵਿੱਚ ਹਰ ਰੋਜ਼ ਇਹ ਕਿਰਪਾ ਕਰਦੇ, ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ। ਭਾਂਡੇ ਵਿੱਚੋਂ ਉਹੀ ਚੀਜ਼ ਨਿਕਲੇਗੀ ਜਿਹੜੀ ਅਸੀਂ ਪਾਈਏ। ਹੋਰ ਕੋਈ ਕਿਆ ਕਰੇ ਵਿਚਾਰਾ, ਬਾਕੀ ਤੇ ਵਿਚਾਰਾ ਪਾਣੀ ਐਵੇਂ ਗੱਲਾਂ ਹੀ ਨੇ, ਤਰਲੇ ਨੇ, ਉਹਦੇ ਨਾਲ ਕੁਝ ਵੀ ਨਿਕਲਦਾ ਨਹੀਂ। ਇਸ ਲਈ ਇਹ ਵੇਖਣਾ ਚਾਹੀਦਾ ਹੈ ਕਿ ਅਸੀਂ ਕਿਹੜੀ ਚੀਜ਼ ਵਾਸਤੇ ਕੰਮ ਕਰ ਰਹੇ ਹਾਂ ਤੇ ਉਹਦੇ ਹੀ ਰਿਜ਼ਲਟ ਮੰਗਣੇ ਚਾਹੀਦੇ, ਦੂਸਰੀ ਦੇ ਨਹੀਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਹਿਣ ਦਾ ਭਾਵ ਇਹ ਹੈ, ਇੱਥੇ ਵੀ ਹਜ਼ੂਰ ਇਹ ਕਹਿ ਰਹੇ ਨੇ ਕਿ ਦੋ ਤਰ੍ਹਾਂ ਦੇ ਲੋਕ ਨੇ। ਜਿੰਨਾ ਕੁ ਅਸੀਂ ਇੱਕ ਪਾਸਿਓਂ ਇਹਦੇ ਉੱਤੇ ਸਮਾਂ ਦਿਆਂਗੇ, ਟਾਈਮ ਦਿਆਂਗੇ, ਉਹਨੇ ਰਿਜ਼ਲਟ ਵਧਣੇ ਸ਼ੁਰੂ ਹੋ ਜਾਣਗੇ। ਔਰ ਉਸ ਤਰ੍ਹਾਂ ਕਰਾਂਗੇ ਜਿਵੇਂ ਗੁਰਬਾਣੀ ਵਿੱਚ ਲਿਖਿਆ ਹੋਇਆ। ਐਸੇ ਲੋਕ ਜਿਹੜੇ ਇੰਦਰੀਆਂ ਨੂੰ ਜਿੱਤ ਲੈਂਦੇ, ਸਰੀਰ ਦੀਆਂ ਜਿਹੜੀਆਂ ਇੰਦਰੀਆਂ ਉਹਨਾਂ ਨੂੰ ਜਿੱਤ ਲੈਂਦੇ ਹਨ, ਔਰ ਪੰਚ ਦੋਖ ਤੇ ਰਹਿਤ, ਪੰਜ ਵਿਕਾਰਾਂ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੋ ਜਾਂਦੇ ਨੇ। ਪਰ ਇਹ ਜਿਹੜੇ ਲੋਕ ਨਾਨਕ ਕੋਟ ਮਦੇ, ਉਹ ਐਸਾ ਅਪਰਸ, ਕਰੋੜਾਂ ਵਿੱਚ ਕੋਈ ਇੱਕ ਹੁੰਦਾ ਹੈ। ਤੇ ਬਾਕੀ ਦੇ ਜਿਹੜੇ ਲੋਕ ਨੇ ਆਪਣੇ ਵਰਗੇ, ਉਹਨਾਂ ਨੂੰ ਗੁਰੂ ਸਾਹਿਬ ਨੇ ਦੋ ਦਰਵਾਜ਼ੇ ਦੱਸ ਦਿੱਤੇ ਵੀ ਇਹ ਰਸਤਾ ਹੈ ਸੰਸਾਰ ਵਿੱਚ ਜਾਣ ਦਾ, ਇਹਨੂੰ ਕਹਿੰਦੇ ਪ੍ਰਵਿਰਤੀ ਦਾ ਰਸਤਾ। ਪਰ ਇਹਦੇ ਵਿੱਚੋਂ ਹੁਣ ਨਿਕਲਣਾ ਕਿਵੇਂ ਵੇ, ਇਹ ਵੀ ਜਾਚ ਸਿੱਖ ਲੈ, ਕਿਉਂਕਿ ਇਹ ਜੰਗਲ ਹੈ। ਤੇ ਜਦੋਂ ਆਦਮੀ ਕਿਸੇ ਜੰਗਲ ਵਿੱਚ ਜਾਏ, ਨਿਸ਼ਾਨੀਆਂ ਲਾ ਜਾਂਦਾ ਪਿੱਛੇ ਵੀ ਵਾਪਸ ਕਿਵੇਂ ਮੁੜਨਾ। ਪਰ ਅਸੀਂ ਨਿਸ਼ਾਨੀਆਂ ਦਾ ਕਦੀ ਫਿਕਰ ਨਹੀਂ ਕੀਤਾ। ਆ ਪੰਜ ਨਿਸ਼ਾਨੀਆਂ ਕਾਹਦੇ ਵਾਸਤੇ ਨੇ? ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਨੰਦ ਲਾਲ ਜੀ ਪੁੱਛਦੇ ਨਾ ਵੀ ਨਿਸ਼ਾਨੀਆਂ ਕਿਉਂ ਕਹਿੰਦੇ ਹੋ ਤੁਸੀਂ? ਨਿਸ਼ਾਨ ਇਹ ਸਿੱਖੀ ਪੰਜ ਹਰਫ ਕਾਫ, ਪੰਜ ਨਿਸ਼ਾਨੀਆਂ, ਪੰਜ ਕਕਾਰ, ਪੰਜ ਨਿਸ਼ਾਨੀਆਂ ਕਾਹਦੇ ਵਾਸਤੇ ਨੇ? ਆ ਕੇਸ ਨੇ, ਕਿਰਪਾਨ ਹੈ, ਕੜਾ ਹੈ, ਕਸ਼ਹਿਰਾ ਹੈ, ਕੇਸ ਨੇ, ਇਹ ਸਾਰਾ ਕੁਝ ਕੰਘਾ ਹੈ। ਇਹ ਨਿਸ਼ਾਨੀਆਂ ਤੁਸੀਂ ਕਿਉਂ ਲਾਈਆਂ? ਕਿਉਂਕਿ ਜਦੋਂ ਕਿਸੇ ਬੰਦੇ ਨੇ ਕਿਸੇ ਘਣੇ ਜੰਗਲ ਦੇ ਵਿੱਚੋਂ ਜਾ ਕੇ ਕੋਈ ਫਲ ਤੋੜਨਾ ਹੋਵੇ, ਜਾਂ ਉੱਥੋਂ ਕੋਈ ਕੋਲਾ ਜਾਂ ਖਾਣ ਲੱਭਣੀ ਹੋਵੇ, ਤੇ ਉਹ ਜੰਗਲ ਹੋਵੇ ਬੜਾ ਭਿਅੰਕਰ, ਜਿਹਦੇ ਵਿੱਚ ਰਾਹ ਹੀ ਕੋਈ ਨਾ ਹੋਵੇ, ਤੇ ਖਤਰਾ ਹੋਵੇ ਕਿ ਜਦੋਂ ਮੈਂ ਅੱਗੇ ਜਾਵਾਂਗਾ ਤੇ ਬਾਹਰ ਨਿਕਲਣ ਦੇ ਮੈਨੂੰ ਰਸਤੇ ਨਹੀਂ ਪਤਾ ਲੱਗਣੇ। ਤੇ ਉਹ ਜਿਹੜਾ ਖੋਜੀ ਹੈ ਉਹ ਕੀ ਕਰਦਾ, ਉਹ ਜਿੱਥੋਂ ਜਿੱਥੋਂ ਲੰਘਦਾ ਉੱਥੇ ਇੱਕ ਨਿਸ਼ਾਨੀ ਲਾਈ ਜਾਂਦਾ, ਕਿਤੇ ਸੋਟੀ ਗੱਡ ਦਿੰਦਾ, ਕਿਤੇ ਕੱਪੜਾ ਬੰਨ੍ਹ ਦਿੰਦਾ ਹੈ। ਉਹਨਾਂ ਨਿਸ਼ਾਨੀਆਂ ਨੂੰ ਲਾਉਂਦਾ ਲਾਉਂਦਾ ਉਹ ਸੁਖਾਨ ਤੱਕ ਚਲਾ ਜਾਂਦਾ। ਉੱਥੋਂ ਜੋ ਕੁਝ ਲੈਣਾ ਲੈ ਕੇ, ਜੇ ਤੇ ਪਿੱਛੇ ਨਿਸ਼ਾਨੀਆਂ ਹੋਣਗੀਆਂ ਤੇ ਉਹਨਾਂ ਨਿਸ਼ਾਨੀਆਂ ਨੂੰ ਉਹਨਾਂ ਬੱਝੇ ਹੋਏ ਕੱਪੜਿਆਂ ਦੇ ਸਹਾਰੇ ਤੇ ਉਹ ਜੰਗਲ ਵਿੱਚੋਂ ਵਾਪਸ ਬਾਹਰ ਨਿਕਲ ਜਾਏਗਾ। ਤੇ ਜੇ ਉਹਨੇ ਨਿਸ਼ਾਨੀਆਂ ਨਹੀਂ ਲਾਈਆਂ ਫਿਰ ਜੰਗਲ ਵਿੱਚ ਗਵਾਚ ਜਾਏਗਾ, ਰਸਤਾ ਨਹੀਂ ਲੱਭੇਗਾ। ਆ ਜਿਹੜੇ ਸਤਿਗੁਰਾਂ ਨੇ ਸਰੀਰ ਤੇ ਸਾਨੂੰ ਕਕਾਰ ਦਿੱਤੇ ਨੇ, ਪੰਜ ਕੇਸ ਦਿੱਤੇ ਨੇ, ਇਹ ਸਾਰੀਆਂ ਚੀਜ਼ਾਂ ਨੇ ਕਿ ਜਦੋਂ ਸਿੱਖ ਸੰਸਾਰ ਵਿੱਚ ਜਾਏ, ਸੰਸਾਰ ਵਿੱਚ ਡੁੱਬੇ, ਤੇ ਇਹਨੂੰ ਵਾਪਸ ਰੱਬ ਦੇ ਘਰ ਵੱਲ ਆਉਣ ਵਾਸਤੇ ਪਤਾ ਲੱਗ ਜਾਏ ਕਿਧਰੋਂ ਕਿਧਰੋਂ ਲੰਘਣਾ। ਨਿਸ਼ਾਨੀਆਂ ਯਾਦ ਕਰਾ ਦੇਣ ਵੀ ਵਾਪਸ ਆਉਣਾ ਹੈ, ਰਾਹ ਲੱਭ ਜਾ। ਤੁਸੀਂ ਕਦੀ ਵੇਖਣਾ, ਭਾਵੇਂ ਕੋਈ ਮਨੁੱਖ ਕਿੰਨਾ ਕੁ ਕਰਮੀ ਹੈ, ਇਹ ਸਰੀਰ ਦੇ ਜਿਹੜੇ ਕਕਾਰ ਨੇ ਉਸ ਨੂੰ ਰੋਕਣਗੇ ਪਾਪ ਕਰਨ। ਹੈ ਨਾ ਇਹ ਚੀਜ਼ ਬਿਲਕੁਲ। ਜੇ ਕਿਸੇ ਮਨੁੱਖ ਨੇ ਆਪਣੇ ਸੀਸ ਤੇ ਸੋਹਣੀ ਪੱਗ ਬੱਧੀ ਹੋਵੇ, ਸੋਹਣਾ ਕੇਸ ਦਾੜੇ ਹੋਣ, ਇਸ ਹਾਲਤ ਵਿੱਚ ਜੇ ਉਹਦਾ ਮਨ ਕਰੇ ਨਾ ਰਾਹ ਵਿੱਚ ਵੀ ਗੱਡੀ ਖੜੀ ਕਰਕੇ ਠੇਕੇ ਤੋਂ ਸ਼ਰਾਬ ਦੀ ਬੋਤਲ ਲਵਾਂ, ਤੇ ਉਹ ਕੀ ਕਰੇਗਾ? ਝੱਕੇਗਾ। ਉਹ ਵੇਖੇਗਾ ਜਿੱਥੇ ਕੋਈ ਆਦਮੀ ਨਹੀਂ, ਘੱਟੋ ਘੱਟ ਉੱਥੇ ਜਾਵਾਂ।
क्योंकि वो जिहड़ा ਸਰੂਪ है ਉਹਨੂੰ रोक रहा है, ਉਹਨੂੰ पाप करन तो रोकी जाता है। पर जे सिख दे कोल ना केस ने, ना पग है, ना दाढ़ी है, तो साध संगत तो जिथे मर्जी भावें बिहारी खड़े होणगे उन्हां दे विच जा के लै आवेगा, उहनूं रुकावट कोई नहीं पैगी। इस करके सतगुरां ने जिहड़े सानूं 5 कार दिते वो इस वास्ते सन क्योंकि इन्हां दी लाज हुंदी, मनुख रोकदियां ने चीज़ां, ये प्रभावित कर दिंदियां ने, पड़दा करदियां ने मनुख दे जीवन विच। तां ये जिहड़े ककार तां दिते, निशानियां तां दित्तियां। सतगुरु कह रहे ने कि कोई विरला ही इस तरह का गुरमुख है ਜਿਹੜਾ ਇਹਨਾਂ 5 ਵਿਕਾਰਾਂ ਤੋਂ ਉੱਚਾ ਉੱਠ ਜਾਂਦਾ ਹੈ। ਅਗਲੇ ਸ਼ਬਦ ਵਿੱਚ ਸਾਹਿਬ ਕਹਿੰਦੇ ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ। ਵੈਸ਼ਨੋ ਇੱਕ ਫਿਰਕਾ ਹੈ। ਹੁਣ ਗੁਰੂ ਸਾਹਿਬ ਹਰ ਇੱਕ ਮਜ਼ਹਬ ਦੇ ਹਰ ਇੱਕ ਫਿਰਕੇ ਦੇ ਅੰਦਰਲੇ ਅਰਥ ਦੱਸ ਰਹੇ ਨੇ। ਕੋਈ ਯੋਗੀ ਹੈ, ਕੋਈ ਪੰਡਤ ਹੈ, ਕੋਈ ਗਿਆਨਵਾਨ ਹੈ, ਕੋਈ ਕੁਝ ਹੈ। ਉਹਨੂੰ ਇਹ ਕਹਿ ਰਹੇ ਨੇ ਵੀ ਜੇ ਤੂੰ ਵੈਸ਼ਨੋ ਹੈ ਨਾ, ਵੈਸ਼ਨੂ ਆਪਣੇ ਵਿੱਚ ਵੀ ਸ਼ਬਦ ਚੱਲਦਾ, ਜਿਹੜਾ ਮਨੁੱਖ ਸ਼ਰਾਬ ਨਹੀਂ ਪੀਂਦਾ ਉਹਨੂੰ ਕਹਿੰਦੇ ਵੈਸ਼ਨੂ ਹੈ। ਵੈਸ਼ਨਵ ਇੱਕ ਫਿਰਕਾ ਹੈ। ਇਸੇ ਤਰ੍ਹਾਂ ਹਰ ਇੱਕ ਫਿਰਕੇ ਦੇ ਅਰਥ ਦੱਸੇ ਨੇ। ਪੰਡਤ ਕਿਵੇਂ ਦਾ, ਅੱਗੇ ਪੰਡਤ ਦੇ ਅਰਥ ਹੋਣਗੇ, ਗਿਆਨੀ ਕਿਵੇਂ ਦਾ ਹੋਵੇ। ਤੇ ਅਸੀਂ ਕਈ ਵਾਰੀ ਕੀ ਕਰਨੇ ਆ, ਅਸੀਂ ਕਹਿ ਦਿੰਦੇ ਹਾਂ ਵੀ ਇਹ ਤੇ ਗਿਆਨਵਾਨ ਹੈ, ਤੇ ਕੀਰਤਨੀ ਹੈ ਗੁਰੂ ਦਾ, ਇਹ ਤੇ ਵਜ਼ੀਰ ਹੈ, ਤੇਰੀ ਭਾਈ ਬੜੀ ਜ਼ਿੰਮੇਵਾਰੀ ਹੈ, ਤੂੰ ਵੇਖ ਕੇ ਤੁਰਿਆ ਕਰ, ਤੂੰ ਝੂਠ ਨਾ ਬੋਲਿਆ ਕਰ, ਤੂੰ ਗੁਰੂ ਦਾ ਵਜ਼ੀਰ ਹੈ, ਤੂੰ ਕੀਰਤਨੀ ਹੈ, ਤੂੰ ਨਾ ਪਾਪ ਕਰੀ। ਤੇ ਆਪਾਂ ਕੌਣ ਆ? 5 ਕਕਾਰ ਆਪਾਂ ਵੀ ਪਾਏ ਨੇ, ਪਰ ਸਾਨੂੰ ਚੇਤਾ ਭੁੱਲ ਗਿਆ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੀ ਵੀ ਡੈਫੀਨੇਸ਼ਨ ਦਿੱਤੀ ਵੀ ਸਿੱਖ ਕੌਣ ਹੁੰਦਾ ਹੈ। ਜੇ ਇੱਕ ਗੁਰੂ ਦੇ ਵਜ਼ੀਰ ਦੀ ਜ਼ਿੰਮੇਵਾਰੀ ਹੈ ਨਾ ਵੀ ਉਹ ਸੱਚਾਈ ਤੇ ਤੁਰੇ, ਇੱਕ ਸਿੱਖ ਦੀ ਵੀ ਜ਼ਿੰਮੇਵਾਰੀ ਹੈ। ਪਰ ਸਾਡੇ ਵਿੱਚ ਇਹ ਧਾਰਨਾ ਪਰਪੱਕ ਹੋ ਗਈ ਜੀ, ਘੱਟੋ ਘੱਟ ਇਹਨਾਂ ਨੂੰ ਤੇ ਚਾਹੀਦਾ ਨਾ ਖਿਆਲ ਰੱਖਣ। ਗੁਰੂ ਦੇ ਵਜ਼ੀਰ ਨੂੰ ਚਾਹੀਦਾ ਹੈ, ਗੁਰੂ ਕੇ ਕੀਰਤਨੀਏ ਤੇ ਪਾਬੰਦੀ ਲਾਈ ਜਾ ਸਕਦੀ ਹੈ, ਪਰ ਸਾਨੂੰ ਆਪਣਾ ਨਹੀਂ ਚੇਤਾ। ਅਸੀਂ ਅੰਮ੍ਰਿਤ ਲਿਆ ਗੁਰੂ ਕੋਲੋਂ ਖਲੋ ਕੇ ਸਿੱਖ ਬਣਿਆ, ਸਿੱਖ ਦੀ ਵੀ ਜ਼ਿੰਮੇਵਾਰੀ, ਉਹਦਾ ਵੀ ਰਸਤਾ ਹੈ। ਉਸ ਵੇਲੇ ਅਸੀਂ ਆਪਣੇ ਆਪ ਨੂੰ ਬਾਹਰ ਰੱਖ ਦਿੰਦੇ। ਤਾਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਵੈਸ਼ਨੂ ਕੌਣ ਹੈ। ਹਜ਼ੂਰ ਕਹਿੰਦੇ ਵੈਸ਼ਨੂ ਸੋ ਜਿਸ ਉੱਪਰ ਸੋ ਪ੍ਰਸੰਨ, ਜਿਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਬਹੁਤ ਖੁਸ਼ ਹੁੰਦਾ ਹੈ। ਵੈਸ਼ਨੂ ਅਸਲ ਵਿੱਚ ਉਹ ਹੈ। ਹਜ਼ੂਰ ਕਹਿੰਦੇ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਵਿਸ਼ਨ ਇੱਥੇ ਅਰਥ ਨੇ ਪਰਮਾਤਮਾ। ਵੈਸੇ ਵਿਸ਼ਨੂੰ ਇੱਕ ਦੇਵਤਾ ਵੀ ਹੈ। ਇਹਦੇ ਵਿੱਚ ਬੜਾ ਭੁੱਲ ਭੁਲਈਆ ਪੈਂਦਾ ਵੀ ਇਹ ਵਿਸ਼ਨੂੰ ਕਿਹਨੂੰ ਕਹਿ ਰਹੇ ਨੇ। ਅਸਲ ਵਿੱਚ ਜਿਹੜੇ ਦੇਵਤੇ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਨੂੰ, ਬ੍ਰਹਮ, ਵਿਸ਼ਨ, ਬ੍ਰਹਮ ਤੇ ਸ਼ਿਵ ਕਈ ਵਾਰੀ ਪਰਮਾਤਮਾ ਵਾਸਤੇ ਸ਼ਬਦ ਆ ਜਾਂਦੇ ਨੇ। ਉੱਥੇ ਕਈ ਲੋਕ ਇਹਦੇ ਅਰਥ ਕਰ ਦਿੰਦੇ ਨੇ ਦੇਵਤੇ। ਕਿਤੇ ਰਾਮ ਆ ਜਾਂਦਾ, ਕਿਤੇ ਕ੍ਰਿਸ਼ਨ ਆ ਜਾਂਦਾ ਹੈ। ਪਰ ਸਾਧ ਸੰਗਤ ਜੀ ਇਹ ਦੇਵਤੇ ਬਾਅਦ ਵਿੱਚ ਹੋਏ ਨੇ। ਪਰਮਾਤਮਾ ਦਾ ਨਾਮ ਪਹਿਲਾਂ ਹੀ ਇਹ ਪ੍ਰਚਲਿਤ ਸੀ। ਜਿਵੇਂ ਹੁਣ ਇੱਕ ਬੰਦੇ ਦਾ ਨਾਮ ਤੁਸੀਂ ਨਾਨਕ ਸਿੰਘ ਰੱਖ ਦਿਓ, ਗੁਰੂ ਨਾਨਕ ਥੋੜ੍ਹੀ ਬਣ ਗਿਆ। ਗੁਰੂ ਨਾਨਕ ਸਾਹਿਬ ਤੇ ਪਹਿਲਾਂ ਆਏ ਹੋਏ ਨੇ। ਇਸ ਤਰ੍ਹਾਂ ਅਕਾਲ ਪੁਰਖ ਨੂੰ ਪਹਿਲਾਂ ਹੀ ਬ੍ਰਹਮ, ਵਿਸ਼ਨ, ਸ਼ਿਵ, ਰਾਮ, ਕ੍ਰਿਸ਼ਨ ਇਹਨਾਂ ਸਾਰਿਆਂ ਨਾਮਾਂ ਨਾਲ ਜਾਣਿਆ ਜਾਂਦਾ ਸੀ। ਤੇ ਬਾਅਦ ਵਿੱਚ ਕਿਸੇ ਘਰ ਵਿੱਚ ਇਹਨਾਂ ਨੇ ਜਨਮ ਲਿਆ ਤੇ ਇਹਨਾਂ ਦਾ ਨਾਮ ਰੱਖ ਦਿੱਤਾ। ਸਾਨੂੰ ਭੁਲੇਖਾ ਪੈ ਗਿਆ ਵੀ ਇਹੀ ਰੱਬ ਨੇ। ਇਹਨਾਂ ਨੇ ਸਿਰਫ ਰੱਬ ਵਾਲਾ ਨਾਮ ਵਰਤਿਆ। ਰੱਬ ਨਹੀਂ, ਰੱਬ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਅਣਦਿਸ ਹੈ, ਸਾਰਿਆਂ ਦਾ ਮਾਲਕ, ਸਭ ਤੋਂ ਵੱਡਾ। ਤੇ ਵਿਸ਼ਨ ਕੀ ਮਾਇਆ ਦੇ ਅਰਥ ਨੇ ਪਰਮਾਤਮਾ ਦੀ ਮਾਇਆ ਤੋਂ ਭਿੰਨ ਦਾ ਅਰਥ ਉਹ ਵੱਖਰਾ ਹੋ ਜਾਂਦਾ, ਉੱਚਾ ਉੱਠ ਜਾਂਦਾ, ਜਿਹੜਾ ਕਿ ਵੈਸ਼ਨੂ ਹੈ। ਇਹ ਉਹਦੀ ਨਿਸ਼ਾਨੀ ਹੈ। ਫਿਰ ਕਹਿੰਦੇ ਕਰਮ ਕਰਤ ਹੋਵੈ ਨਿਹ ਕਰਮ, ਤਿਸ ਵੈਸ਼ਨੂ ਕਾ ਨਿਰਮਲ ਧਰਮ। ਧਰਮ ਉਦੋਂ ਨਿਰਮਲ ਹੁੰਦਾ ਹੈ ਉਸ ਵੈਸ਼ਨੂ ਦਾ, ਉਸ ਧਰਮੀ ਮਨੁੱਖ ਦਾ, ਜਿਹੜਾ ਕਰਮ ਤੇ ਕਰੇ ਤੇ ਕਰਮ ਦੀ ਇੱਛਾ ਨਾ ਕਰੇ ਵੀ ਇਹਦਾ ਵਾਪਸੀ ਫਲ ਮਿਲੇਗਾ। ਇਹ ਬੜਾ ਔਖਾ ਹੈ। ਕਰਮ ਕਰਤ ਹੋਵੈ ਨਿਹ ਕਰਮ, ਉਹ ਕਰਮ ਸਾਰੇ ਕਰੀ ਜਾਂਦਾ ਧਰਮ ਦੇ, ਸ਼ੁਭ ਕਰਮ ਕਰਦਾ ਹੈ, ਪਰ ਉਹਦੇ ਤਬਾਦਲੇ ਦੇ ਵਿੱਚ ਆਪਣੀ ਵਡਿਆਈ ਨਹੀਂ ਕਰਾਉਣਾ ਚਾਹੁੰਦਾ ਵੀ ਲੋਕ ਮੈਨੂੰ ਕਹਿਣਗੇ ਨੇ ਬਹੁਤ ਵਧੀਆ ਕਰਮ ਕੀਤਾ। ਇਹ ਹੈ ਬੜਾ ਔਖਾ। ਇਹਨੂੰ ਕਹਿੰਦੇ ਨੇ ਅਸਲ ਵਿੱਚ ਨਿਸ਼ਕਾਮ। ਨਿਸ਼ਕਾਮ, ਕਾਮਨਾ ਤੋਂ ਰਹਿਤ।
ਹੁਣ ਤੇ ਨਿਸ਼ਕਾਮ ਸ਼ਬਦ ਦੇ ਅਰਥ ਹੀ ਬੜੇ ਕਈ ਤਰ੍ਹਾਂ ਦੇ ਕਰ ਦਿੱਤੇ ਗਏ। ਬੜੇ ਲੋਕ ਨਿਸ਼ਕਾਮ ਨੇ, ਕਹਿੰਦੇ ਜੀ ਭੇਟਾ ਨਹੀਂ ਲੈਂਦੇ, ਨਿਸ਼ਕਾਮ ਹੋ ਗਏ। ਜਦੋਂ ਨਿਸ਼ਕਾਮਤਾ ਦਾ ਪਤਾ ਕਰੀਏ, ਕਹਿੰਦੇ 11,000 ਤੱਕ ਤੇ ਬੰਦਾ ਨਿਸ਼ਕਾਮ ਹੀ ਹੁੰਦਾ ਹੈ, ਉਹਦੇ ਤੋਂ ਅੱਗੇ ਤੁਸੀਂ ਜੋ ਕੁਝ ਦੇਣਾ ਦੇ ਦਿਓ। ਇਹ ਨਿਸ਼ਕਾਮ ਜਿਹੜਾ ਸ਼ਬਦ ਹੈ, ਨਿਸ਼ਕਾਮ ਹੋਣਾ ਅਖੀਰਲੀ ਅਵਸਥਾ ਹੈ। ਉਹ ਕੁਝ ਗ੍ਰਹਿਣ ਕਰਦਾ ਕਿ ਨਹੀਂ, ਇਹਦੇ ਕੋਈ ਅਰਥ ਨਹੀਂ। ਨਿਸ਼ਕਾਮ ਕੌਣ ਹੋ ਸਕਦਾ ਹੈ? ਜਿਹੜਾ ਪਿਛਲੀਆਂ ਅਵਸਥਾ ਵਿੱਚੋਂ ਨਿਕਲ ਆਵੇ, ਸਾਧੂ ਬਣ ਜਾਏ, ਬ੍ਰਹਮ ਗਿਆਨੀ ਬਣ ਜਾਏ, ਫਿਰ ਅਪਰਸ ਬਣ ਜਾਏ, ਫਿਰ ਵੈਸ਼ਨੂ ਬਣ ਜਾਏ, ਰੱਬ ਦਾ ਰੂਪ ਹੋ ਜਾਏ, ਉਹ ਹੀ ਨਿਸ਼ਕਾਮ ਹੈ। ਬਾਕੀ ਆਪਾਂ ਸਾਰੇ ਕਾਮਨਾ ਵਿੱਚ। ਆਦਮੀ ਤੇ ਜੇ ਗੁਪਤ ਦਾਨ ਵੀ ਕਰਦਾ, ਉਹਨੂੰ ਵੀ ਨਹੀਂ ਭੁੱਲਦਾ, ਉਹਦੀ ਕਾਮਨਾ ਅੰਦਰ ਬਣ ਜਾਂਦੀ, ਬੀਜ ਬਣ ਜਾਂਦਾ। ਤਾਂ ਕਾਮਨਾ ਰਹਿਤ ਉਹ ਆਦਮੀ ਹੈ ਜਿਹੜਾ ਕਰੇ ਜ਼ਰੂਰ ਧਰਮ ਦਾ ਕੰਮ, ਪਰ ਉਹਨੂੰ ਚੇਤਾ ਨਾ ਰਵੇ। ਇਹ ਨਾ ਹੋਵੇ ਵੀ 4 ਕੁ ਦਿਨ ਕੰਮ ਕੀਤੇ ਨੇ ਤੇ ਦੂਸਰੇ ਬੰਦੇ ਨੂੰ ਬੰਦਾ ਨਾ ਸਮਝੇ, ਉਹ ਨਿਸ਼ਕਾਮ ਨਹੀਂ ਹੁੰਦਾ, ਉਹ ਸੇਵਾ ਨਹੀਂ ਹੁੰਦੀ। ਕੋਈ ਸੇਵਾ ਉਹ ਹੈ ਜਿਹੜੀ ਨਿਰਮਾਣ ਹੋ ਕੇ ਕੀਤੀ ਜਾਏ, ਅੰਦਰੋਂ ਝੁਕ ਕੇ ਔਰ ਕਰਕੇ ਭੁੱਲ ਜਾਏ ਉਹਨੂੰ ਆਦਮੀ ਕਿ ਮੈਂ ਇੱਥੇ ਸੇਵਾ ਕਰ ਰਿਹਾ। ਜੇ ਦਾਅਵਾ ਕਰਨ ਲੱਗ ਪਿਆ ਤੇ ਉਹਦੀ ਸੇਵਾ ਨਿਸ਼ਫਲ ਚਲੀ ਜਾਏਗੀ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ, ਕਰਮ ਕਰਤ, ਕਰਮ ਕਰੇ ਚੰਗੇ, ਹੋਵੇ ਨੇ ਕਰਮ, ਪਰ ਉਹਨਾਂ ਕਰਮਾਂ ਦੇ ਨਾਲ ਉਹਦਾ ਮਨ ਨਾ ਬੱਝੇ, ਉਹਦਾ ਅਹੰਕਾਰ ਨਾ ਕਰੇ। ਤਿਸ ਵੈਸ਼ਨੋ ਕਾ ਨਿਰਮਲ ਧਰਮ, ਉਸ ਧਾਰਮਿਕ ਮਨੁੱਖ ਦਾ ਜਿਹੜਾ ਧਰਮ ਹੈ ਬੜਾ ਨਿਰਮਲ, ਉਹ ਨਮਸਕਾਰ ਕਰਨ ਯੋਗ ਹੈ। ਹਜ਼ੂਰ ਕਹਿੰਦੇ, ਕਾਹੂ ਫਲ ਕੀ ਇੱਛਾ ਨਹੀਂ ਬਾਂਚੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਬੂਟਾ ਬੀਜੇ, ਇੱਛਾ ਨਾ ਕਰੇ ਵੀ ਇਹਨੂੰ ਫਲ ਲੱਗੇਗਾ ਤੇ ਮੈਂ ਖਾਵਾਂਗਾ। ਇੰਨਾ ਨਿਊਟਰਲ ਜੀਵਨ, ਇੰਨਾ ਖੁੱਲ੍ਹਾ ਜੀਵਨ ਕਰਮ ਤੋਂ, ਕਹਿੰਦੇ ਉਹ ਕਿਸੇ ਫਲ ਦੀ ਇੱਛਾ ਹੀ ਨਹੀਂ ਕਰਦਾ, ਔਰ ਕੇਵਲ ਭਗਤੀ ਔਰ ਪਰਮਾਤਮਾ ਦੀ ਉਸਤਤ ਕੀਰਤਨ ਦੇ ਵਿੱਚ ਜੁੜਿਆ ਰਹਿੰਦਾ ਹੈ। ਮਨ ਤਨ ਅੰਤਰ ਸਿਮਰਨ ਗੋਪਾਲ, ਧਰਤੀ ਦੇ ਪਾਲਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਉਹਦੇ ਮਨ ਤੇ ਤਨ ਵਿੱਚ ਸਮਾ ਜਾਂਦਾ ਹੈ, ਉਹਦੀ ਯਾਦ ਬਣ ਜਾਂਦੀ ਹੈ। ਸਭ ਉਪਰ ਹੋਵਤ ਕਿਰਪਾਲ, ਉਹ ਨਿਰੰਤਰ ਹੀ ਬਿਨਾਂ ਯਤਨ ਤੋਂ ਇੱਕ ਅੰਦਰਲੀ ਖੁਸ਼ੀ ਵਿੱਚ ਸਾਰਿਆਂ ਤੇ ਖੁਸ਼ ਰਹਿੰਦਾ, ਕਿਸੇ ਨਾਲ ਅੰਦਰੋਂ ਉਹਦੀ ਵੈਰ ਭਾਵਨਾ ਨਹੀਂ ਜਾਗਦੀ। ਹਜ਼ੂਰ ਕਹਿੰਦੇ, ਆਪ ਦ੍ਰਿੜੈ ਅਵਰੈ ਨਾਮ ਜਪਾਵੈ, ਆਪ ਉਹ ਨਾਮ ਨੂੰ ਦ੍ਰਿੜ ਕਰੇ, ਆਪ ਉਹ ਨਾਮ ਨੂੰ ਪੱਕਾ ਕਰ ਲੈਂਦਾ ਹੈ। ਤੇ ਦੂਜਿਆਂ ਨੂੰ ਜਦੋਂ ਆਪ ਦ੍ਰਿੜ ਕਰ ਲਏਗਾ, ਫਿਰ ਜਪਾਉਣ ਦੀ ਲੋੜ ਨਹੀਂ। ਜਿੱਥੋਂ ਲੰਘੇਗਾ ਲੋਕਾਂ ਦੇ ਮੂੰਹ ਵਿੱਚੋਂ ਆਪੇ ਨਾਮ ਨਿਕਲਣ ਲੱਗ ਪਏਗਾ, ਉਹਦੀ ਇਹ ਦਸ਼ਾ ਹੈ। ਫਿਰ ਉਹ ਜਪਾਉਂਦਾ ਇਸ ਤਰ੍ਹਾਂ ਹੈ। ਇਕੱਲਾ ਬੁਲਾਉਣ ਨਾਲ ਨਹੀਂ ਨਾਮ ਜਪਾਇਆ ਜਾਂਦਾ। ਜਿਸ ਆਦਮੀ ਦੇ ਅੰਦਰ ਨਾਮ ਵਸਿਆ ਹੋਵੇਗਾ, ਉਹਦੀ ਹੋਂਦ ਦੂਜੇ ਨੂੰ ਮਜਬੂਰ ਕਰ ਦੇਗੀ ਨਾਮ ਉਚਾਰਨ ਕਰਨ ਵਾਸਤੇ। ਉਹਨੂੰ ਵਹਿੰਦਿਆਂ ਸਾਰ ਨਾਮ ਚੇਤਾ ਆਵੇਗਾ। ਆਪ ਦ੍ਰਿੜੈ ਅਵਰੈ ਨਾਮ ਜਪਾਵੈ, ਨਾਨਕ ਉਹ ਵੈਸ਼ਨੋ ਪਰਮਗਤ ਪਾਵੈ। ਉਹ ਵੈਸ਼ਨੋ ਜੋ ਹੈ ਉੱਚੇ ਅਹੁਦੇ ਨੂੰ, ਉੱਚੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਤੋਂ ਅੱਗੇ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ, ਭਗਉਤੀ ਭਗਵੰਤ ਭਗਤ ਕਾ ਰੰਗ। ਭਗਉਤੀ ਵੀ ਇੱਕ ਫਿਰਕਾ ਹੈ। ਇਹ ਸਾਰੇ ਫਿਰਕੇ ਉਸ ਵੇਲੇ ਪ੍ਰਚਲਿਤ ਸਨ, ਜਿਵੇਂ ਜੋਗੀਆਂ ਦੇ 12 ਫਿਰਕੇ ਸਨ। ਉਹਨਾਂ ਵਿੱਚੋਂ ਇੱਕ ਆਈ ਪੰਥ, ਜਿਹਦਾ ਨਾਮ ਵੀ ਲਿਆ ਜਪਜੀ ਸਾਹਿਬ ਦੇ ਅੰਦਰ। ਇਸੇ ਤਰ੍ਹਾਂ ਜਿੰਨੇ ਇਹਨਾਂ ਦੇ ਸਾਧੂਆਂ ਦੇ ਫਿਰਕੇ ਸਨ ਨਾ, ਉਹਨਾਂ ਵਿੱਚੋਂ ਇੱਕ ਵੈਸ਼ਨੂ ਸੀ, ਕੋਈ ਅਪਰਸ ਸੀ, ਕੋਈ ਭਗਉਤੀ। ਇੱਥੇ ਇੱਕ ਫਿਰਕਾ ਹੈ ਭਗਉਤੀ। ਹਜ਼ੂਰ ਕਹਿੰਦੇ, ਭਗਉਤੀ ਕੌਣ ਹੈ? ਇਹਦੇ ਵਿੱਚੋਂ ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੈ। ਇਹ ਇਕੱਲੇ ਉਹਨਾਂ ਦਾ ਨਾਮ ਨਹੀਂ ਲੈ ਰਹੇ ਗੁਰੂ ਸਾਹਿਬ, ਸਾਧੂਆਂ ਦੇ ਜਿਹੜੇ ਵਿਰਾਗੀਆਂ ਦੇ ਹਿੰਦੂਆਂ ਦੇ ਫਿਰਕੇ ਸਨ, ਇਹਦੇ ਵਿੱਚ ਸਾਨੂੰ ਵੀ ਇੱਕ ਤਰ੍ਹਾਂ ਨਾਲ ਸੁਚੇਤ ਕਰ ਰਹੇ ਨੇ ਵੀ ਤੂੰ ਵੀ ਕਿਸੇ ਨੇ ਆਪਣੇ ਨਾਮ ਨਾਲ ਕੁਝ ਲਵਾਇਆ, ਕਿਸੇ ਨੇ ਗਿਆਨੀ ਲਵਾਇਆ, ਕਿਸੇ ਨੇ ਪ੍ਰਚਾਰਕ, ਕਿਸੇ ਨੇ ਗੁਰੂ ਕਾ ਕੀਰਤਨੀਆ ਲਵਾਇਆ, ਕਿਸੇ ਨੇ ਸੰਤ, ਕਿਸੇ ਨੇ ਗੁਰਮੁਖ, ਕਿਸੇ ਨੇ ਬ੍ਰਹਮ ਗਿਆਨੀ। ਸਾਰਿਆਂ ਨੇ ਆਪੋ ਆਪਣੇ, ਇਹ ਵੀ ਇੱਕ ਕੋਈ ਵੀ ਕੌਮ ਚੱਲਦੀ ਹੈ ਨਾ, ਉਹਦੇ ਵਿੱਚ ਇਹ ਸਾਰੇ ਨਾਮ ਜੁੜ ਜਾਂਦੇ ਨੇ। ਨਾਮ ਮਾੜੇ ਨਹੀਂ। ਇਹ ਉਸ ਵੇਲੇ ਗਲਤੀ ਹੋ ਜਾਂਦੀ ਜਦੋਂ ਬੰਦਾ ਨਾਮ ਰਖਾਉਂਦਾ ਹੈ ਤੇ ਉਸ ਨਾਮ ਤੇ ਪੂਰਾ ਨਹੀਂ ਉਤਰਦਾ। ਇਹ ਵੀ ਉਸੇ ਤਰ੍ਹਾਂ ਗੁਰੂ ਸਾਹਿਬ ਹਿੰਦੂ ਵੈਰਾਗੀਆਂ ਦੇ
ਫਿਰਕਿਆਂ ਦੇ ਨਾਮ ਲੈ ਰਹੇ ਨੇ, ਕੋਈ ਬਰਾਗੀ ਸੀ, ਕੋਈ ਸਾਧ ਸੰਗਤ ਭਗਉਤੀ, ਕੋਈ ਪੰਡਤ, ਕੋਈ ਸਾਧੂ, ਕੋ ਕਿਵੇਂ ਦਾ ਹੈ। ਉਹਨੂੰ ਕਹਿ ਰਹੇ ਨੇ ਵੀ ਕੱਲਾ ਨਾਮ ਨਹੀਂ, ਇਹ ਇਹਦੇ ਗੁਣ ਨੇ, ਜੇ ਤੂੰ ਧਾਰਨ ਕਰੇਗਾ ਫਿਰ ਤੂੰ ਭਗਉਤੀ ਹੈ। ਇਸੇ ਤਰ੍ਹਾਂ ਸਾਡੇ ਵਿੱਚ ਅਹੁਦੇ ਨੇ, ਤਾਂ ਜੇ ਅਸੀਂ ਉਹਨਾਂ ਤੇ ਪੂਰੇ ਉਤਰਨੇ ਆ ਤੇ ਸਤਿਗੁਰੂ ਸਾਡੇ ਤੇ ਖੁਸ਼ ਨੇ। ਜੇ ਅਸੀਂ ਕੇਵਲ ਨਾਮ ਧਰਾਇਆ ਫਿਰ ਕੇਵਲ ਪਖੰਡ ਤੇ ਪਾਜ ਤੇ ਪੜਦਾ ਹੈ। ਸਤਿਗੁਰੂ ਕਹਿੰਦੇ ਨੇ ਭਗਉਤੀ ਕੌਣ? ਜਿਹਦੇ ਮਨ ਦੇ ਵਿੱਚ ਭਗਵੰਤ ਭਗਤ ਕਾ ਰੰਗ, ਜਿਹਦੇ ਮਨ ਦੇ ਵਿੱਚ ਭਗਵੰਤ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦਾ ਪ੍ਰੇਮ ਟਿਕਿਆ ਹੋਇਆ ਹੈ। ਉਹਦੇ ਮਨ ਦੇ ਵਿੱਚ ਦਿਨ ਰਾਤ ਇੱਕ ਪ੍ਰੇਮ ਦੀ ਧਾਰਾ ਵਹਿ ਰਹੀ ਹੈ। ਔਰ ਅੱਗੇ ਕਹਿੰਦੇ ਸਗਲ ਤਿਆਗੈ ਦੁਸ਼ਟ ਕਾ ਸੰਗ, ਉਹ ਆਪਣੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਦੁਸ਼ਟਾਂ ਦੀ ਸੰਗਤ ਕਰਨੀ ਛੱਡ ਦਿੰਦਾ ਹੈ। ਵਿਕਾਰਾਂ ਦੀ ਸੰਗਤ ਤੋਂ ਉੱਚਾ ਉੱਠ ਜਾਂਦਾ ਹੈ। ਉਹ ਲੋਭ ਦੀ ਸੰਗਤ ਨਹੀਂ ਕਰਦਾ, ਹੰਕਾਰ ਦੀ ਸੰਗਤ ਨਹੀਂ ਕਰਦਾ। ਹਜ਼ੂਰ ਕਹਿੰਦੇ ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ। ਇਹ ਉਸ ਭਗਉਤੀ ਦੇ ਮਨ ਦੀ ਦਸ਼ਾ ਹੈ ਕਿ ਉਹਦੇ ਮਨ ਦੇ ਉੱਤੋਂ ਭਰਮ ਦ੍ਰਿਸ਼ਟੀ ਲੈ ਜਾਂਦੀ ਹੈ। ਜਿਵੇਂ ਸਾਡੀਆਂ ਕਿੰਨੀਆਂ ਦ੍ਰਿਸ਼ਟੀਆਂ ਨੇ, ਇੱਕ ਭਰਮ ਦ੍ਰਿਸ਼ਟੀ ਹੈ, ਇੱਕ ਚਰਮ ਦ੍ਰਿਸ਼ਟੀ ਹੈ। ਚਰਮ ਦ੍ਰਿਸ਼ਟੀ ਚੰਮ ਤੱਕ ਸੀਮਤ ਰਹਿਣਾ, ਆਪਣਾ ਚੰਮ ਪਾਲਣਾ ਤੇ ਦੂਜੇ ਦਾ ਚੰਮ ਵੇਖਣਾ। ਭਰਮ ਦ੍ਰਿਸ਼ਟੀ, ਚਰਮ ਦ੍ਰਿਸ਼ਟੀ, ਇਹਦੇ ਤੋਂ ਅੱਗੇ ਸ਼ੁਰੂ ਹੁੰਦੀ ਹੈ ਧਰਮ ਦ੍ਰਿਸ਼ਟੀ, ਤੇ ਸਾਧ ਸੰਗਤ ਉਹਦੇ ਤੋਂ ਅੱਗੇ ਸ਼ੁਰੂ ਹੁੰਦੀ ਹੈ ਬ੍ਰਹਮ ਦ੍ਰਿਸ਼ਟੀ, ਫਿਰ ਆਤਮ ਦ੍ਰਿਸ਼ਟੀ, ਫਿਰ ਪਰਮਾਤਮ ਦ੍ਰਿਸ਼ਟੀ। ਕਿੰਨੀਆਂ ਨੇ। ਉਹ ਕਹਿੰਦੇ ਭਰਮ ਦ੍ਰਿਸ਼ਟੀ ਨੂੰ ਛੱਡ ਦਿੰਦਾ ਹੈ। ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ। ਸਗਲ ਦੇ ਇੱਥੇ ਕੀ ਅਰਥ ਕਰਾਂਗੇ? ਇੱਥੇ ਇਹ ਨਹੀਂ ਲਿਖਿਆ ਵੀ ਉਹ ਕਿਹਦੇ ਅੱਗੇ ਝੁਕਦਾ, ਕਿਹਦੀ ਪੂਜਾ ਕਰਦਾ, ਕਿਹੜੇ ਦੇਵਤੇ ਦੀ ਪੂਜਾ ਕਰਦਾ, ਕਿਹੜੇ ਦਿਨ ਕਰਦਾ। ਸਗਲ ਦਾ ਅਰਥ ਕੀ ਹੈ? ਅਸਲ ਵਿੱਚ ਸਾਧ ਸੰਗਤ ਜਿਹੜਾ ਇਸ ਦਸ਼ਾ ਵਿੱਚ ਚਲਾ ਗਿਆ, ਉਹ ਸੰਸਾਰੀਆਂ ਦੀ ਸਮਝ ਤੋਂ ਹੀ ਪਾਰ ਹੈ। ਉਹਦਾ ਪਤਾ ਹੀ ਨਹੀਂ ਕਿੱਥੇ ਝੁਕ ਜਾਏ। ਜਿੱਥੇ ਧਿਆਨ ਲੱਗ ਗਿਆ ਉੱਥੇ ਝੁਕ ਗਿਆ, ਜਿੱਥੇ ਖੜਾ ਹੋ ਗਿਆ ਉੱਥੇ ਝੁਕ ਗਿਆ। ਕੋਈ ਪਤਾ ਨਹੀਂ ਕਿਹੜੇ ਵਕਤ, ਨਾ ਉਹਦਾ ਕੋਈ ਸਵੇਰਾ, ਨਾ ਕੋਈ ਸ਼ਾਮ, ਨਾ ਕੋਈ ਰਾਤ। ਉਹ ਇਹਨਾਂ ਕਾਲ ਦੀ ਹੱਦ ਤੋਂ ਤੇ ਦੇਸ਼ ਦੀ ਹੱਦ ਤੋਂ ਪਾਰ ਚਲਾ ਜਾਂਦਾ ਹੈ। ਤਾਂ ਇਸ ਢੰਗ ਦਾ ਉਹ ਜਿਹੜਾ ਹੈ ਭਗਉਤੀ ਹੈ ਕਿ ਉਹ ਸਾਧ ਸੰਗਤ ਜੀ ਇਹਨਾਂ ਸਾਰੀਆਂ ਦ੍ਰਿਸ਼ਟੀਆਂ ਤੋਂ ਉੱਚਾ, ਔਰ ਜਿਹੜੇ ਪਾਸੇ ਵੇਖਦਾ ਉੱਥੇ ਝੁਕੀ ਜਾਂਦਾ ਹੈ। ਜੇ ਕਿਸੇ ਨੇ ਪੰਕਤੀ ਧਿਆਨ ਨਾਲ ਪੜ੍ਹ ਲਈ ਨਾ, ਵੈਸੇ ਅਸੀਂ ਧਿਆਨ ਨਹੀਂ ਰੱਖਦੇ ਹੁੰਦੇ ਗੁਰਦੁਆਰਿਆਂ, ਧਿਆਨ ਸਾਡਾ ਬਾਹਰ ਹੁੰਦਾ। ਇਹ ਪੰਕਤੀ ਧਿਆਨ ਨਾਲ ਪੜ੍ਹ ਲਈ ਕਿ ਕਰ ਪੂਜੈ ਸਗਲ ਪਾਰ ਬ੍ਰਹਮ। ਇਹਦੇ ਅਰਥ ਸਾਨੂੰ ਭਗਤ ਧੰਨਾ ਜੀ ਦੀ ਉਸ ਸਾਖੀ ਦੇ ਸਮਝ ਆ ਜਾਣਗੇ ਵੀ ਉਹਨਾਂ ਨੇ ਪੱਥਰ ਦੀ ਪੂਜਾ ਕੀਤੀ ਸੀ ਜਾਂ ਸਾਰੇ ਪਾਸੇ ਰੱਬ ਨੂੰ ਵੇਖਿਆ ਸੀ ਉਹਨਾਂ ਨੇ। ਸਗਲ ਪਾਰ ਬ੍ਰਹਮ, ਉਹਦੇ ਵਾਸਤੇ ਨਾ ਕੋਈ ਆਦਮੀ, ਨਾ ਕੋਈ ਰੁੱਖ, ਨਾ ਕੋਈ ਪੱਥਰ, ਨਾ ਕੋਈ ਚੰਦਰਮਾ, ਨਾ ਕੋਈ ਸੂਰਜ। ਉਹਦੇ ਵਾਸਤੇ ਜਿੱਥੇ ਅੱਗੇ ਜਾ ਕੇ ਆਉਣਗੇ ਕਿ ਸਗਲ ਸਮਗਰੀ ਜਾਂ ਕਾ ਤਨਾ, ਆ ਜਿੰਨਾ ਬ੍ਰਹਿਮੰਡ ਹੈ ਐਸੇ ਵਿਅਕਤੀ ਵਾਸਤੇ ਪਰਮਾਤਮਾ ਦਾ ਤਨ ਬਣ ਜਾਂਦਾ, ਸਰੀਰ ਬਣ ਜਾਂਦਾ ਹੈ। ਸਾਰਾ ਬ੍ਰਹਿਮੰਡ ਉਹਦੇ ਜੀਵਨ ਦੇ ਨਾਲ ਜੁੜ ਜਾਂਦਾ ਹੈ। ਤਾਂ ਇਸ ਤਰ੍ਹਾਂ ਕਹਿੰਦੇ ਹਨ ਕਰ ਪੂਜੈ ਸਗਲ ਪਾਰ ਬ੍ਰਹਮ। ਹਜ਼ੂਰ ਕਹਿੰਦੇ ਸਾਧ ਸੰਗ ਪਾਪਾਂ ਮਲ ਖੋਵੈ। ਉਹ ਸਾਧੂਆਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਕਰਕੇ ਆਪਣੇ ਮਨ ਦੇ ਵਿੱਚੋਂ ਪਾਪਾਂ ਦੀ ਮੈਲ ਨੂੰ ਤੋੜ ਦਿੰਦਾ, ਕੱਢ ਦਿੰਦਾ ਹੈ। ਤਿਸ ਭਗਉਤੀ ਕੀ ਮਤ ਉਤਮ ਹੋਵੈ। ਐਸੇ ਭਗਉਤੀ ਦੀ ਮਤ, ਐਸੇ ਭਗਉਤੀ ਦੀ ਵਿਚਾਰਧਾਰਾ ਔਰ ਭਾਵਧਾਰਾ, ਜਿੱਥੇ ਦੋਵੇਂ ਮਿਲਦੀਆਂ ਨੇ ਉਹਨੂੰ ਮਤ ਕਹੀਦਾ, ਦੋਵੇਂ ਮਿਕਸ ਹੋ ਜਾਂਦੀਆਂ। ਇੱਥੇ ਕਹਿੰਦੇ ਉਹਦੀ ਪਵਿੱਤਰ ਹੋ ਜਾਂਦੀ। ਤਿਸ ਭਗਉਤੀ ਕੀ ਮਤ ਉਤਮ ਹੋਵੈ, ਉੱਤਮ ਹੋ ਜਾਂਦੀ, ਨਿਰਮਲ ਹੋ ਜਾਂਦੀ। ਫਿਰ ਕਹਿੰਦੇ ਭਗਵੰਤ ਕੀ ਟਹਿਲ ਕਰੈ ਨਿਤ ਨੀਤ। ਕਦੀ ਉਹਦੇ ਮਨ ਦੇ ਵਿੱਚ ਅਕੇਵਾਂ ਨਹੀਂ ਆਉਂਦਾ, ਕਦੀ ਪੁਰਾਣਾਪਣ ਨਹੀਂ ਆਉਂਦਾ। ਇੰਨਾ ਵਿਸ਼ਾਲ ਉਹਦੇ ਜੀਵਨ ਦਾ ਭਾਂਡਾ ਬਣ ਜਾਂਦਾ। ਨਹੀਂ ਤੇ ਸਾਡੀਆਂ ਸਾਧਨਾਵਾਂ, ਸਾਡੇ ਕੰਮ ਥੋੜ੍ਹੇ ਚਿਰ ਬਾਅਦ ਅਕੇਵੇਂ ਦਾ ਰੂਪ ਧਾਰਨ ਕਰ ਜਾਂਦੇ ਨੇ। ਜਿੰਨਾ ਸਾਡਾ ਅੰਦਰ ਡੂੰਘਾਈ ਘੱਟ ਹੁੰਦੀ ਨਾ,
ਸਮਝ ਲਓ ਕਿ ਜੇ ਅਸੀਂ ਧਰਮ ਦੇ ਕਾਰਜ ਤੋਂ ਅੱਕ ਗਏ ਹਾਂ, ਸਾਡਾ ਭਾਂਡਾ ਭਰਿਆ ਗਿਆ, ਸਾਨੂੰ ਹੋਰ ਡੂੰਘਾਈ ਦੀ ਲੋੜ ਹੈ। ਜੇ ਕਿਸੇ ਧਾਰਮਿਕ ਕਰਮ ਤੋਂ ਸਾਡਾ ਮਨ ਅੱਕਦਾ ਨਾ, ਉਹਦੇ ਬਿਲਕੁਲ ਸਾਫ਼ ਲੱਛਣ ਨੇ ਕਿ ਹੁਣ ਸਾਡੀ ਥਾਂ ਖਤਮ ਹੋ ਗਈ, ਅਸੀਂ ਜਿੰਨੇ ਜੋਗੇ ਸੀ ਉਹ ਹੋ ਗਿਆ। ਉਹਦੇ ਤੋਂ ਅੱਗੇ ਸਾਨੂੰ ਹੋਰ ਖੁਦਾਈ ਕਰਨੀ ਚਾਹੀਦੀ, ਆਪਣੇ ਆਪ ਦੀ ਹੋਰ ਸੇਵਾ, ਹੋਰ ਅਭਿਆਸ ਕਰਨਾ ਚਾਹੀਦਾ, ਕਮਾਉਣਾ ਚਾਹੀਦਾ। ਫਿਰ ਸਾਡੇ ਵਿੱਚ ਹੋਰ ਇਹ ਅਕੇਵਾ ਨਹੀਂ ਆਵੇਗਾ। ਉਹਦੇ ਜੀਵਨ ਵਿੱਚ ਕਦੀ ਅਕੇਵਾ ਨਹੀਂ ਆਉਂਦਾ, ਕਿਉਂਕਿ ਉਹਦਾ ਭਾਂਡਾ ਕੇਵਲ ਮਨ ਤੱਕ ਸੀਮਿਤ ਨਹੀਂ, ਸਾਰਾ ਬ੍ਰਹਿਮੰਡ ਉਹਦਾ ਭਾਂਡਾ ਬਣ ਜਾਂਦਾ ਹੈ। ਉਹਦੇ ਨਾਲ ਪ੍ਰੀਤ ਕਰ ਕਰਕੇ ਰੱਜਦਾ ਨਹੀਂ, ਨਿਰੰਤਰ ਉਹਦੇ ਵਿੱਚ ਪ੍ਰੇਮ ਵੱਧਦਾ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਨਿਤ ਨੇਤ ਉਹਦੀ ਟਹਿਲ, ਉਹਦੀ ਸੇਵਾ ਕਰਦਾ ਰਹਿੰਦਾ। ਮਨ ਤਨ ਅਰਪੈ ਵਿਸ਼ਨ ਪ੍ਰੀਤ, ਉਹ ਆਪਣਾ ਮਨ ਤੇ ਤਨ, ਵਿਸ਼ਨ, ਵਿਸ਼ਨ ਦੇ ਅਰਥ ਨੇ ਵਾਹਿਗੁਰੂ ਅਕਾਲ ਪੁਰਖ ਸੁਆਮੀ, ਉਹਦੀ ਪ੍ਰੀਤ ਦੇ ਵਿੱਚ ਸੌਂਪ ਦਿੰਦਾ ਹੈ। ਆਪਣਾ ਮਨ ਤੇ ਤਨ ਪ੍ਰਭੂ ਨੂੰ ਸੌਂਪ ਦਿੰਦਾ ਹੈ। ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਹਰ ਕੇ ਚਰਨ, ਵਾਹਿਗੁਰੂ ਦੇ ਚਰਨ, ਅਕਾਲ ਪੁਰਖ ਦੇ ਚਰਨ, ਯਾਨੀ ਕਿ ਉਹਦਾ ਨਾਮ ਆਪਣੇ ਮਨ ਦੇ ਵਿੱਚ ਵਸਾ ਲੈਂਦਾ। ਦਿਨ ਰਾਤ ਉਹਦਾ ਜਿਹੜਾ ਮਨ ਹੈ ਉਹ ਨਿਰੰਤਰ ਇੱਕ ਰਸ ਪ੍ਰਭੂ ਦੇ ਪਿਆਰ ਵਿੱਚ ਜੁੜਿਆ ਰਹਿੰਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਅਗਲੇ ਬੰਦ ਵਿੱਚ ਕਹਿੰਦੇ, ਸੋ ਪੰਡਿਤ ਜੋ ਮਨ ਪਰਬੋਧ ਹੈ। ਪੰਡਿਤ ਸ਼ਬਦ ਸਮਾਂ ਪਾ ਕੇ ਸਿਰਫ ਇੱਕ ਕੌਮ ਨਾਲ ਬੱਝ ਚੁੱਕਾ ਹੈ। ਪੰਡਤ ਦੇ ਅਸੀਂ ਸਿਰਫ ਕਰ ਦਿੰਦੇ ਹਾਂ, ਬ੍ਰਾਹਮਣ ਦੇ ਅਰਥ ਸਿਰਫ ਅਸੀਂ ਕਰ ਦਿੰਦੇ ਹਾਂ ਕਿ ਉਹ ਇੱਕ ਹਿੰਦੂ ਕੌਮ ਦਾ ਪੁਜਾਰੀ ਹੈ। ਪਰ ਪੰਡਤ ਜਿਹੜਾ ਸੀ ਨਾ, ਉਹ ਇੱਕ ਅਵਸਥਾ ਹੈ, ਉਹ ਕਿਸੇ ਵੀ ਥਾਂ ਤੇ ਹੋ ਸਕਦਾ, ਕਿਸੇ ਵੀ ਕੌਮ ਵਿੱਚ ਹੋ ਸਕਦਾ। ਜਿਹੜਾ ਬ੍ਰਹਮ ਨੂੰ ਪਛਾਣ ਲੈਂਦਾ ਉਹਨੂੰ ਬ੍ਰਾਹਮਣ ਕਹਿੰਦੇ ਨੇ। ਜਿਹਦੇ ਅੰਦਰ ਨਾਮ ਦਾ ਧਨ ਇਕੱਠਾ ਹੋ ਜਾਂਦਾ ਉਹਨੂੰ ਪੰਡਤ ਕਹਿੰਦੇ ਨੇ। ਪਰ ਪੰਡਤ ਦੇ ਅਰਥ ਗਲਤ ਕਰ ਦਿੱਤੇ ਗਏ, ਗਲਤ ਲੋਕਾਂ ਨੇ ਆਪਣੇ ਨਾਮ ਪੰਡਤ ਨਾਮ ਨੂੰ ਜੋੜ ਲਿਆ ਹੈ। ਇਸ ਕਰਕੇ ਪੰਡਤ ਕੌਣ, ਵਿਦਵਾਨ ਕੌਣ ਹੈ, ਉਹਦੀ ਕੀ ਨਿਸ਼ਾਨੀ ਹੈ? ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ, ਜੋ ਕੁਝ ਉਹਨੇ ਦੂਜਿਆਂ ਨੂੰ ਸਿਖਾਉਣਾ ਹੈ ਨਾ, ਪਹਿਲਾਂ ਉਹ ਆਪਣੇ ਮਨ ਨੂੰ ਸਿਖਾਉਂਦਾ ਹੈ, ਆਪਣੇ ਮਨ ਨੂੰ ਸੁਣਾਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸਿੱਖ ਨੂੰ ਹੁਕਮ ਕੀਤਾ ਵੀ ਤੂੰ ਦੂਜਿਆਂ ਨੂੰ ਸਮਝਾਇਆ ਕਰ, ਦੂਜਿਆਂ ਨੂੰ ਵਿਆਖਿਆ ਸੁਣਾਇਆ ਕਰ, ਤੂੰ ਵਕਤਾ ਬਣ ਜਾ, ਬੋਲਿਆ ਕਰ ਤੂੰ ਗੁਰਬਾਣੀ ਦੇ ਅਰਥ। ਉਹ ਸਿੱਖ ਨੇ ਬੇਨਤੀ ਕੀਤੀ, ਸਤਿਗੁਰੂ ਕਿਤੇ ਦੂਜਿਆਂ ਨੂੰ ਸਮਝਾਉਂਦੇ ਆਪ ਭੁੱਲ ਨਾ ਜਾਈਏ, ਕਿਰਪਾ ਕਰੋ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਤਰੀਕਾ ਦੱਸਿਆ, ਕਹਿਣ ਲੱਗੇ, ਭਾਈ ਇੱਕ ਖਿਆਲ ਰੱਖੀ, ਤੂੰ ਇੱਕੋ ਵਕਤ ਵਕਤਾ ਤੇ ਸਰੋਤਾ ਬਣ ਜਾ। ਵਕਤਾ ਦਾ ਅਰਥ ਬੋਲਣ ਵਾਲਾ, ਸਰੋਤਾ ਦਾ ਅਰਥ ਸੁਣਨ ਵਾਲਾ। ਵੈਸੇ ਹੀ ਤੇ ਸ਼ਬਦ ਸੁਰਤ ਦਾ ਅਭਿਆਸ ਹੈ, ਆਪਾਂ ਰੋਜ਼ ਕਰਨੇ। ਇਹ ਕੌਣ ਬਣੇਗਾ? ਕੋਈ ਬੰਦਾ ਆਪ ਬੋਲੇ ਤੇ ਆਪਣੀ ਆਵਾਜ਼ ਆਪ ਸੁਣੇ, ਉਹ ਕੌਣ ਹੈ? ਉਹ ਤੇ ਸ਼ਬਦ ਸੁਰਤ ਦਾ ਅਭਿਆਸੀ ਹੈ। ਤੇ ਜੇ ਉਹਨੇ ਸ਼ਬਦ ਸੁਰਤ ਦਾ ਅਭਿਆਸ ਕੀਤਾ ਨਹੀਂ, ਫਿਰ ਤੇ ਸਾਧ ਸੰਗਤ ਬਾਹਾਂ ਉਲਾਰ ਉਲਾਰ ਕੇ ਦੂਜਿਆਂ ਨੂੰ ਦੱਸੇਗਾ, ਆਪ ਕਿੱਥੇ ਸੁਣਨਾ ਉਹਨੇ। ਜੋ ਬੋਲੇ ਸੋ ਨਾ ਵਿਚਾਰੈ, ਫਿਰ ਉਹ ਨਹੀਂ ਦੱਸੇਗਾ। ਹਜ਼ੂਰ ਨੇ ਕਿਹਾ ਵੀ ਤੂੰ ਆਪ ਜੋ ਕੁਝ ਬੋਲਣਾ ਉਹਨੂੰ ਆਪ ਸੁਣਿਆ ਕਰ। ਇਹਦੇ ਵਿੱਚ ਉਹਦਾ ਅਭਿਆਸ ਵੀ ਹੋ ਗਿਆ ਕਿ ਉਹਦਾ ਧਿਆਨ ਜੁੜਨ ਲੱਗ ਪਿਆ, ਕਿਉਂਕਿ ਉਹਦਾ ਹੀ ਧਿਆਨ ਜੁੜਦਾ ਜਿਹੜਾ ਆਪ ਬੋਲੇ ਪਾਠ ਜਾਂ ਨਾਮ ਨੂੰ ਤੇ ਆਪ ਹੀ ਉਹਨੂੰ ਸੁਣੇ। ਦੂਜਿਆਂ ਦਾ ਬੋਲਿਆ ਹੋਇਆ ਸੁਣੇ, ਉਹਦੇ ਵਿੱਚ ਘੱਟ ਧਿਆਨ ਲੱਗਦਾ, ਦੂਜੇ ਤੇ ਧਿਆਨ ਰਹਿੰਦਾ ਹੈ। ਤਾਂ ਇਸ ਤਰ੍ਹਾਂ ਸਤਿਗੁਰੂ ਨੇ ਜਾਚ ਦੱਸ ਦਿੱਤੀ ਕਿ ਆਪ ਵਕਤਾ ਤੇ ਆਪ ਹੀ ਸਰੋਤਾ। ਆਪਣੇ ਮਨ ਨੂੰ ਸੁਣਾਏ, ਤੇ ਜਦੋਂ ਮਨ ਨੂੰ ਸੁਣਾਏਗਾ ਫਿਰ ਦੂਜੇ ਵੀ ਸੁਣ ਲੈਣਗੇ। ਇਹ ਤਰੀਕਾ ਸਤਿਗੁਰੂ ਨੇ ਦੱਸਿਆ। ਹਜ਼ੂਰ ਕਹਿੰਦੇ ਨੇ, ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਪਹਿਲਾਂ ਆਪਣਾ ਮਨ ਪ੍ਰਬੁੱਧੇ, ਆਪਣੇ ਮਨ ਨੂੰ ਸਮਝਾਏ ਜੋ ਦੂਸਰਿਆਂ ਨੂੰ ਕਹਿਣਾ, ਔਰ ਅੱਗੇ ਫਿਰ ਉਹਦੀ ਹੋਰ ਦਸ਼ਾ ਦੱਸੀ ਉਹ ਕਿਵੇਂ ਦਾ ਹੈ। ਹਜ਼ੂਰ ਕਹਿੰਦੇ, RAM ਨਾਮ ਆਤਮ ਮਹਿ ਸੋਧੈ। ਵਾਹਿਗੁਰੂ ਦੇ ਨਾਮ ਨੂੰ ਆਤਮ ਵਿੱਚ ਅਭਿਆਸ ਕਰੇ, ਆਤਮ ਵਿੱਚ ਟਿਕਾਏ, ਰਸਨਾ ਦੁਆਰਾ ਜਪੇ, ਮਨ ਦੁਆਰਾ ਸੁਣੇ ਤੇ ਆਤਮ ਮੰਡਲ ਵਿੱਚ ਟਿਕਾਏ। ਇਹ ਤਿੰਨ ਚੀਜ਼ਾਂ ਨੇ। ਜਿਵੇਂ ਇੱਕ ਆਦਮੀ
ਕੰਮ ਦੁਕਾਨ ਤੇ ਕਰਦਾ ਹੈ ਤੇ ਤਨਖਾਹ ਬੈਂਕ ਵਿੱਚੋਂ ਲਿਆਉਂਦਾ ਹੈ ਤੇ ਰੱਖਦਾ ਘਰ ਲਿਆ ਕੇ। 3 ਥਾਵਾਂ ਨੇ, ਇੱਕ ਥਾਂ ਤੇ ਕੰਮ ਕਰਨਾ ਤੇ ਦੂਜੇ ਥਾਂ ਤੇ ਉਹਦੀ ਜਿਹੜੀ ਅਕਾਊਂਟ ਹੈ ਉਹਦੇ ਵਿੱਚ ਜਮ੍ਹਾਂ ਹੁੰਦੇ ਜਾਣਾ ਤੇ ਤੀਜੇ ਥਾਂ ਤੇ ਉਹਨੂੰ ਕਢਾ ਕੇ ਤੇ ਉਹਦੀਆਂ ਵਸਤੂਆਂ ਖਰੀਦ ਕੇ ਘਰ ਲੈ ਆਉਣੀਆਂ। ਇਹ 3 ਥਾਂ ਨੇ। ਇਹ ਗੁਰਮੁਖ ਤਿੰਨੇ ਕੰਮ ਕਰਦਾ ਹੈ। ਜਦੋਂ ਰਸਨਾ ਨਾਲ ਜਪਦਾ ਤੇ ਉਦੋਂ ਸਮਝੋ ਕਮਾ ਰਿਹਾ ਉਹ ਨਾਮ ਦੇ ਧਨ ਨੂੰ। ਜਦੋਂ ਧਿਆਨ ਨਾਲ ਸੁਣਦਾ ਤੇ ਸਮਝ ਲਓ ਨਾਮ ਦਾ ਧਨ ਉਹਦੇ ਵਿੱਚ ਜਮ੍ਹਾਂ ਹੋ ਜਾਂਦਾ, ਅਕਾਊਂਟ ਵਿੱਚ ਪਈ ਜਾਂਦਾ ਤੇ ਫਿਰ ਉਹਦੇ ਵਿੱਚੋਂ ਕਢਾ ਕੇ ਜਦੋਂ ਹਿਰਦੇ ਵਿੱਚ ਲੈ ਜਾਂਦਾ, ਆਤਮਾ ਵਿੱਚ ਲੈ ਜਾਂਦਾ, ਉੱਥੇ ਫਿਰ ਉਹਦਾ ਨਾਮ ਪਦਾਰਥ ਬਣ ਜਾਂਦਾ। ਉਹਨੂੰ ਫਿਰ ਛਕਦਾ, ਉਹਨੂੰ ਭੋਗਦਾ, ਉਹਨੂੰ ਵਰਤ ਲੈਂਦਾ, ਉਹਨੂੰ ਖਾਂਦਾ ਹੈ। ਫਿਰ ਇਹ 3 ਉਹਦੇ ਟਿਕਾਣੇ ਨੇ। ਇਸ ਨੂੰ ਸੱਚੇ ਪਾਤਸ਼ਾਹ ਕਹਿੰਦੇ RAM ਨਾਮ ਆਤਮ ਮਹਿ ਸੋਧੈ। ਸੋਧ ਲਵੇ, ਅੰਦਰ ਚੰਗੀ ਤਰ੍ਹਾਂ ਤਿਆਰ ਕਰ ਲਵੇ। ਫਿਰ ਕਹਿੰਦੇ ਜਦੋਂ ਨਾਮ ਦਾ ਰਸ ਆਤਮਾ ਵਿੱਚ ਤਿਆਰ ਹੋ ਜਾਏ ਨਾ, ਫਿਰ ਕਹਿੰਦੇ RAM ਨਾਮ ਸਾਰ ਰਸ ਪੀਵੈ। ਉਹ ਰਸ ਫਿਰ ਆਪਣੇ ਮਨ ਨੂੰ ਪਿਆਵੇ, ਉਸ ਰਸ ਨੂੰ ਪੀਵੇ, ਉਸ ਅੰਮ੍ਰਿਤ ਨੂੰ ਪੀਵੇ ਤੇ ਉਹਨੂੰ ਪੀ ਕੇ ਉਹਦੇ ਤੋਂ ਬਾਅਦ ਸਾਹਿਬ ਕਹਿੰਦੇ ਉਸ ਪੰਡਤ ਕੈ ਉਪਦੇਸ਼ ਜਗ ਜੀਵੈ। ਫਿਰ ਐਸਾ ਪੰਡਤ ਜਿਹੜਾ ਹੈ, ਐਸਾ ਜਿਹੜਾ ਮਨੁੱਖ ਹੈ, ਜਦੋਂ ਉਪਦੇਸ਼ ਦੇਵੇਗਾ ਤੇ ਲੋਕਾਂ ਨੂੰ ਉਹਦੇ ਵਿੱਚੋਂ ਜੀਵਨ ਮਿਲ ਜਾਏਗਾ, ਜ਼ਿੰਦਗੀ ਮਿਲੇਗੀ, ਉਹਨਾਂ ਨੂੰ ਜਿਉਂਦਾ ਰਸ ਮਿਲੇਗਾ। ਇਸ ਤਰ੍ਹਾਂ ਦਾ ਉਹਦਾ ਜੀਵਨ ਹੈ। ਹਜ਼ੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਉੱਤੇ ਹੀ ਇਹ ਸਾਰੀ ਜਿਹੜੀ ਪੌੜੀ ਹੈ ਨਾ ਢੁੱਕਦੀ ਹੈ। ਉਹਨਾਂ ਨੇ ਆਪ ਆਪਣੇ ਮਨ ਨੂੰ ਪਹਿਲਾਂ ਸਮਝਾਇਆ, ਆਪ ਸੇਵਾ ਕੀਤੀ, ਆਪ ਸੱਚ ਕਮਾਇਆ, ਫਿਰ ਉਹਨਾਂ ਨੇ ਆਪਣੀ ਆਤਮਾ ਦੇ ਵਿੱਚ ਨਾਮ ਦਾ ਰਸ ਤਿਆਰ ਕੀਤਾ, ਫਿਰ ਉਹਨੂੰ ਆਪ ਪੀਤਾ ਤੇ ਆਪ ਪੀਣ ਤੋਂ ਬਾਅਦ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਗਈ ਗੁਰਬਾਣੀ। ਉਹ ਗੁਰਬਾਣੀ ਉਹਨਾਂ ਨੇ ਪਦਾਰਥ ਤਿਆਰ ਹੋ ਗਿਆ ਸਾਧ ਸੰਗਤ। ਤੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਜਿਹੜਾ ਥਾਲ ਤੂੰ ਤਿਆਰ ਕਰੇਗਾ ਉਹਦਾ ਭੋਜਨ ਕਦੀ ਬੇਹਾ ਨਹੀਂ ਹੋਏਗਾ। ਉਹ ਉਪਦੇਸ਼ ਵੇਖੋ ਅੱਜ ਵੀ ਜਿਉਂਦਾ ਹੈ। ਇਹ ਫਰਕ ਹੈ। ਗਿਆਨ ਬੜੇ ਲੋਕ ਬੋਲ ਲੈਂਦੇ ਨੇ, ਗਿਆਨ ਬੜੇ ਲੋਕਾਂ ਕੋਲ ਹੈ, ਬੜੇ ਲੋਕ ਗਿਆਨ ਬੋਲਦੇ ਨੇ, ਅੱਖਰ ਬੜੇ ਲੋਕ ਬੋਲ ਲੈਂਦੇ ਨੇ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਲੋਕਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਚੜਾਈ ਜਿਨ੍ਹਾਂ ਦਾ ਗਿਆਨ ਜਿਉਂਦਾ ਸੀ, ਜਿਨ੍ਹਾਂ ਦੇ ਅੱਖਰ ਜਿਉਂਦੇ ਸਨ। ਗਿਆਨ ਅੱਖਰ ਦੂਜਿਆਂ ਕੋਲ ਵੀ ਉਹੀ ਸਨ ਜੋ ਕੋਈ ਸਤਿਗੁਰਾਂ ਨੇ ਭਗਤਾਂ ਦੇ ਵਚਨ ਵਿੱਚ ਪਾਏ ਗੁਰੂ ਗ੍ਰੰਥ ਸਾਹਿਬ ਜੀ ਦੇ, ਪਰ ਇਹ ਉਹਨਾਂ ਲੋਕਾਂ ਦੇ ਵਚਨ ਸਨ ਜਿਨ੍ਹਾਂ ਨੇ ਆਪਣੇ ਮਨ ਨੂੰ ਪ੍ਰਬੋਧਿਆ ਸੀ, ਅੰਦਰ ਨਾਮ ਧਨ ਇਕੱਠਾ ਕੀਤਾ ਸੀ, ਫਿਰ ਨਾਮ ਦਾ ਰਸ ਉਪਦੇਸ਼ ਪੀਤਾ ਸੀ ਤੇ ਫਿਰ ਉਹ ਬੋਲੇ। ਜਦੋਂ ਉਹ ਸ਼ਬਦ ਜਿਉਂਦੇ ਹੋ ਗਏ ਤੇ ਜਿਉਂਦੇ ਸ਼ਬਦਾਂ ਨੇ ਲੋਕਾਂ ਨੂੰ ਜੀਵਨ ਦਿੱਤਾ, ਉਹਨਾਂ ਨੂੰ ਰਾਹ ਮਿਲਿਆ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਉਸ ਪੰਡਤ ਕੈ ਉਪਦੇਸ਼ ਜਗ ਜੀਵੈ। ਹਜ਼ੂਰ ਕਹਿੰਦੇ ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋਨ ਨਾ ਆਵੈ। ਅਕਾਲ ਪੁਰਖ ਦੀ ਉਸਤਤ, ਉਹਦੀ ਕਥਾ, ਉਹਦਾ ਗਿਆਨ ਉਹ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਟਿਕਾ ਲੈਂਦਾ ਹੈ। ਉਹਦੇ ਹਿਰਦੇ ਵਿੱਚ ਉਹਦੀ ਯਾਦ ਟਿਕ ਜਾਂਦੀ ਹੈ। ਉਹ ਪੰਡਤ ਪਰਤ ਕੇ ਜੋਨ ਵਿੱਚ ਨਹੀਂ ਆਉਂਦਾ। ਪਰਉਪਕਾਰ ਤਹਿਤ ਆਵੇ ਤੇ ਵੱਖਰੀ ਗੱਲ ਹੈ, ਉਹਨੂੰ ਲੋੜ ਨਹੀਂ ਰਹਿੰਦੀ, ਮੁਕਤ ਹੋ ਜਾਂਦਾ ਹੈ। ਔਰ ਉਹ ਇਹਨਾਂ ਸਾਰੇ ਦੁੱਖਾਂ ਤੋਂ ਉੱਚਾ ਹੋ ਜਾਂਦਾ। ਫਿਰ ਉਹਦਾ ਇੱਕ ਹੋਰ ਗੁਣ ਦੱਸਦੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਹਿਬ ਕਹਿੰਦੇ ਵੇਦ ਪੁਰਾਨ ਸਿਮਰਤ ਬੂਝੈ ਮੂਲ। ਹੁਣ ਉਹਨੇ ਕਥਾ ਕਾਹਦੀ ਕਰਨੀ ਹੈ? ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਕਥਾ ਕਰੇਗਾ ਨਾ। ਉਹ ਨਾਮ ਗਿਣਿਆ ਵੇਦ ਪੁਰਾਨ, 4 ਵੇਦ ਨੇ, 18 ਪੁਰਾਨ, 27 ਸਿਮਰਤੀਆਂ, 6 ਸ਼ਾਸਤਰ ਆਦਿਕ। ਉਹ ਇਹਨਾਂ ਨੂੰ ਪੜ੍ਹਦਾ ਤੇ ਹੈ, ਅਖਰੀ ਗਿਆਨ ਤੇ ਲੈਂਦਾ, ਪਰ ਉਹ ਇੱਕ ਚੀਜ਼ ਨੂੰ ਜਾਣ ਲੈਂਦਾ ਵੀ ਇਹ ਗ੍ਰੰਥ ਕਿੱਥੋਂ ਪੈਦਾ ਹੋਏ ਨੇ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਨਾਮ ਵਿੱਚੋਂ ਇਹ ਗਿਆਨ ਆਇਆ ਸਾਰਾ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸਨਾਨ। ਉਹ ਜ਼ਰੂਰ ਪੋਥੀ ਪੜ੍ਹਦਾ ਹੈ, ਪਰ ਉਹਨੂੰ ਸਾਰੀ ਪੋਥੀ ਨਹੀਂ ਪੜ੍ਹਨੀ ਪੈਂਦੀ। ਬਸ ਇੱਕ ਵਾਰੀ
ਆਪਣੇ ਹੱਥ ਦੇ ਵਿੱਚੋਂ ਦੀ ਕੱਢ ਦਿੰਦਾ ਬਸ ਉਹਦਾ ਸਾਰਾ ਗਿਆਨ। ਕਿਉਂਕਿ ਹਰ ਇੱਕ ਪੋਥੀ ਦਾ ਗਿਆਨ ਭਾਵੇਂ ਉਹ 500 ਅੰਕ ਦੀ ਹੈ, ਉਸ 500 ਅੰਕ ਦੀ ਪੋਥੀ ਦਾ ਗਿਆਨ ਉਹਦੇ ਇੱਕ ਅੰਕ ਤੇ ਵਿਦਮਾਨ ਹੁੰਦਾ ਹੈ। ਇਹ ਵੱਖਰੀ ਗੱਲ ਹੈ ਉਹਨੂੰ ਆਦਮੀ ਪਕੜਦਾ ਹੈ ਕਿ ਨਹੀਂ ਪਕੜਦਾ। ਤਾਂ ਜਿਉਂ-ਜਿਉਂ ਅੱਗੇ ਵੱਧਦਾ, ਜਿਵੇਂ ਤੁਸੀਂ ਵੇਖੋਗੇ ਇੱਕ ਬੱਚਾ ਸ਼ੁਰੂ ਵਿੱਚ ਪੜ੍ਹਦਾ ਤੇ ਉਹ ਸਾਰਾ ਦਿਨ ਇੱਕ ਅੱਖਰ ਪੜ੍ਹਦਾ ਰਹਿੰਦਾ, ਕੱਕਾ ਪੜ੍ਹਦਾ ਰਹਿੰਦਾ, ਕਿਵੇਂ ਦਾ ਉਹਨੂੰ ਦੇਖਦਾ ਰਹਿੰਦਾ, ਕੱਕਾ ਕਿਵੇਂ ਲਿਖੀਦਾ, ਕਿੰਨਾ ਟਾਈਮ ਲਾ ਦਿੰਦਾ, 2-2 ਘੰਟੇ ਇੱਕ ਅੱਖਰ ਸਿੱਖਣ ਤੇ। ਪਰ ਉਹ ਵੀ ਸਮਾਂ ਹੁੰਦਾ ਕਿ ਜਦੋਂ ਉਹਨੂੰ ਹਜ਼ਾਰਾਂ ਅੱਖਰ ਇੱਕਦਮ ਉਹਦੇ ਦਿਮਾਗ ਵਿੱਚੋਂ ਆ ਜਾਂਦੇ ਨੇ, ਉਹਨੂੰ ਲੋੜ ਨਹੀਂ ਪੈਂਦੀ ਪਰਤ। ਤਾਂ ਇਸ ਤਰ੍ਹਾਂ ਜਿਹੜਾ ਵੇਦ ਪੁਰਾਣ ਸਿਮਰਤ ਬੂਝੈ ਮੂਲ, ਉਹ ਪੰਡਤ ਉਸ ਮੂਲ ਨੂੰ, ਸੋਮੇ ਨੂੰ ਲੱਭ ਲੈਂਦਾ ਹੈ ਜਿੱਥੋਂ ਇਹ ਸਾਰਾ ਗਿਆਨ ਉਚਾਰਿਆ ਗਿਆ ਸੀ। ਤੇ ਜਦੋਂ ਥੋਕ ਦੀ ਦੁਕਾਨ ਹੱਥ ਵਿੱਚ ਆ ਜਾਏ ਸਾਧ ਸੰਗਤ, ਰੇੜੀਆਂ ਤੇ ਕੌਣ ਖੜਾ ਹੋਵੇਗਾ? ਉਹ ਉੱਥੋਂ ਸਿੱਧਾ ਲਏਗਾ, ਸਿੱਧਾ ਉਹਦੇ ਨਾਲ ਕਨੈਕਸ਼ਨ ਬਣ ਗਿਆ। ਜਿਹਨੂੰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਖੁਦ ਕਹਿੰਦੇ, ਹਜ਼ੂਰ ਕਹਿੰਦੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਉਹ ਕਿੱਥੋਂ ਲੈਂਦਾ ਹੈ? ਸਾਹਿਬ ਕਹਿੰਦੇ, ਸਭੇ ਥੋਕ ਪ੍ਰਾਪਤੇ, ਜੇ ਇੱਕ ਆਵੇ ਹੱਥ। ਇੱਕ ਥਾਂ ਤੇ ਪਹੁੰਚ ਗਿਆ ਜਿੱਥੋਂ ਸਾਰੇ ਗਿਆਨ ਆਉਂਦੇ ਸਨ। ਇਸ ਕਰਕੇ ਉਹਨਾਂ ਦਾ ਮੂਲ, ਸਾਰੇ ਗਿਆਨਾਂ ਦਾ ਮੂਲ ਬੂਝੈ ਮੂਲ। ਤੇ ਇੱਕ ਚੀਜ਼ ਨੂੰ ਹੋਰ ਉਹ ਜਾਣ ਲੈਂਦਾ, ਸੂਖਮ ਮਹਿ ਜਾਣੈ ਅਸਥੂਲ। ਸੂਖਸ਼ਮ ਉਹਨੂੰ ਕਹਿੰਦੇ ਨੇ ਜਿਹੜੀ ਚੀਜ਼ ਹੋਵੇ ਤੇ ਦਿਸੇ ਨਾ, ਜਿਵੇਂ ਹਵਾ ਹੈ। ਅਸਥੂਲ ਉਹਨੂੰ ਕਹਿੰਦੇ ਨੇ ਜਿਹੜੀ ਹੋਵੇ ਵੀ ਤੇ ਦਿਸੇ ਵੀ, ਜਿਵੇਂ ਇੱਟ ਪਈ ਹੋਈ ਉਹਨੂੰ ਤੁਸੀਂ ਫੜ ਸਕਦੇ ਹੋ, ਉਹ ਅਸਥੂਲ ਹੈ। ਹੁਣ ਅਸੀਂ ਸਾਧ ਸੰਗਤ ਸੁਖਮਣੀ ਸਾਹਿਬ ਤੇ ਪੜ੍ਹੀ ਜਾਂਦੇ ਹਾਂ, ਔਰ ਸਾਡੇ ਕਈ ਸੱਜਣ ਕਹਿੰਦੇ ਸੁਖਮਣੀ ਸਾਹਿਬ ਬੜੀ ਸਰਲ ਬਾਣੀ ਹੈ, ਇਹਦੇ ਵਿੱਚ ਕਿਹੜਾ ਗੁਰੂ ਸਾਹਿਬ ਨੇ ਬਰੀਕੀ ਵਰਤੀ? ਸਾਨੂੰ ਸਮਝ ਨਹੀਂ ਆਈ। ਸੁਖਮਣੀ ਸਾਹਿਬ ਸਾਰੀ ਉਮਰ ਪੜ੍ਹ ਲਾਂਗੇ, ਚੰਗੀ ਗੱਲ ਹੈ, ਪਰ ਜੇ ਤੁਸੀਂ ਸੂਖਸ਼ਮ ਤੇ ਅਸਥੂਲ ਦੇ ਅਰਥ ਕਰੋ ਨਾ 15 ਮਿੰਟ, ਬੜੇ ਘੱਟ ਗੁਰਮੁਖ ਨੇ ਜਿਹੜੇ ਇਹਨਾਂ ਦੇ ਅਰਥ ਸੁਣਨ ਨੂੰ ਰਾਜੀ ਹੁੰਦੇ ਵੀ ਇਹ ਕੀ ਹੈ ਜਿਹਨੂੰ ਸਾਰੀ ਉਮਰ ਤੋਂ ਅਸੀਂ ਪੜ੍ਹੀ ਜਾਂਦੇ, ਇਹ ਕੀ ਹੈ? ਸੂਖਸ਼ਮ ਤੇ ਅਸਥੂਲ ਦੇ ਉੱਤੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦਾ ਬੇਸ ਖੜਾ। ਖਿਆਲ ਰੱਖਣਾ, ਇਹਨਾਂ ਦੋ ਚੀਜ਼ਾਂ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰ ਸਿਧਾਂਤ ਨੂੰ ਤੇ ਜਾਣੇ ਨਹੀਂ ਜਾ ਸਕਦਾ, ਪਰ ਜੇ ਕੁਝ ਨਾ ਕੁਝ ਥੋੜਾ ਬਹੁਤ ਜਾਣਨਾ ਹੈ ਤਾਂ ਉਹਦਾ ਇੱਕੋ ਹੀ ਸਿਧਾਂਤ, ਇਹਨਾਂ ਦੋ ਚੀਜ਼ਾਂ ਨੂੰ ਜਾਣਨਾ ਪਏਗਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਚੀਜ਼ਾਂ ਦੇ ਭਾਵ ਦਿੱਤੇ ਗਏ ਨੇ। ਇੱਕ ਉਹ ਜਿਹੜਾ ਦਿਸਦਾ ਤੇ ਜਿਹਨੂੰ ਫੜ ਲਈਦਾ ਸੰਸਾਰ, ਇੱਕ ਉਹ ਜਿਹੜਾ ਹੈ ਪਰ ਵੇਖਣ ਤੇ ਫੜਨ ਵਿੱਚ ਨਹੀਂ ਆਉਂਦਾ, ਅਕਾਲ ਪੁਰਖ ਵਾਹਿਗੁਰੂ। ਇਸ ਕਰਕੇ ਕਹਿੰਦੇ ਸੂਖਮ ਮਹਿ ਜਾਣੈ ਅਸਥੂਲ। ਉਹ ਇਸ ਸੂਖਸ਼ਮ ਸਪੇਸ ਦੇ ਵਿੱਚ ਇਸ ਅਸਥੂਲ ਬ੍ਰਹਿਮੰਡ ਦੀ ਰਚਨਾ ਨੂੰ ਜਾਣ ਲੈਂਦਾ ਵੀ ਕਿੱਥੋਂ ਬਣ ਰਹੀ ਹੈ, ਯਾਨੀ ਕਿ ਨਾਮ ਵਿੱਚੋਂ ਪੈਦਾ ਹੋ ਰਹੀ ਹੈ। ਸੂਖਮ ਮੈਂ ਜਾਣੈ ਅਸਥੂਲ। ਹਜ਼ੂਰ ਕਹਿੰਦੇ, ਚੌਹ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼। ਚਾਰ ਵਰਨ, ਸਾਰੇ ਹੀ ਧਰਮ ਉਹਦੇ ਉਪਦੇਸ਼ ਵਿੱਚ ਇੰਨੀ ਵਿਸਤਾਰਿਤ ਵਿਆਖਿਆ ਹੁੰਦੀ ਹੈ ਕਿ ਜਿਹੜੇ ਵੀ ਧਰਮ ਦਾ ਮਨੁੱਖ ਸੁਣਦਾ ਹੈ ਉਹ ਕਹਿੰਦਾ ਮੇਰੇ ਕੰਮ ਆ ਜਾਏਗੀ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈ ਨਾ, ਤੁਸੀਂ ਵੇਖੋਗੇ ਵੀ ਹੁਕਮਨਾਮਾ ਹੁੰਦਾ ਹੈ, ਇੱਕ ਹੁਕਮਨਾਮਾ ਲੱਖਾਂ ਲੋਕਾਂ ਦੇ ਸਵਾਲ ਦਾ ਜਵਾਬ ਦਿੰਦਾ ਤੇ ਉਹਨਾਂ ਸਾਰਿਆਂ ਦੇ ਸਵਾਲ ਵੱਖਰੇ ਹੁੰਦੇ ਨੇ। ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ। ਜਵਾਬ ਇੱਕੋ, ਸਵਾਲ ਲੱਖਾਂ ਸਨ, ਲੱਖਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਇੱਕੋ ਜਵਾਬ ਵਿੱਚ ਦੇ ਦਿੱਤਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਖਾਸੀਅਤ, ਵਿਸ਼ੇਸ਼ਤਾ ਹੈ। ਤਾਂ ਜਿਹੜਾ ਉਪਦੇਸ਼ ਅਕਾਲ ਪੁਰਖ ਵਾਹਿਗੁਰੂ ਦਾ ਬਖਸ਼ਿਸ਼ ਕੀਤਾ ਹੋਇਆ, ਗੁਰੂ ਸਾਹਿਬ ਕਹਿੰਦੇ ਵੀ ਉਹ ਉਪਦੇਸ਼ ਇੱਕੋ ਹੀ ਹੁੰਦਾ ਤੇ ਉਹ ਸਾਰਿਆਂ ਦੇ ਕੰਮ ਆ ਜਾਂਦਾ। ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼। ਆਦੇਸ਼ ਦੇ ਅਰਥ ਨੇ ਨਮਸਕਾਰ। ਉਸ ਪੰਡਤ ਨੂੰ, ਉਸ ਵਿਦਵਾਨ ਨੂੰ ਗੁਰੂ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਮਸਕਾਰ ਕਰ